ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਮਿਲ ਬੈਠ ਕੇ ਸਤਿਗੁਰਾਂ ਦੀ ਉਸਤਤ ਵਿੱਚ ਜੁੜਨ ਦਾ ਸੁਭਾਗ ਸਮਾਂ ਮਿਲਿਆ ਹੈ। ਅੱਜ ਭਾਗਾਂ ਵਾਲਾ ਦਿਹਾੜਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਖਾਸ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਨੂੰ ਬਹੁਤ ਬਹੁਤ ਵਧਾਈਆਂ, ਜੋ ਆਪ ਮਨੁੱਖਤਾ ਦੇ ਰਹਿਬਰ ਹੋ, ਜੋ ਮਨੁੱਖਤਾ ਦੇ ਭਲੇ ਵਾਸਤੇ ਦਿਨ ਰਾਤ ਜਿਹੜਾ ਵੀ ਆਪ ਜੀ ਨੂੰ ਸਰਵਣ ਕਰਦਾ ਹੈ, ਪੜ੍ਹਦਾ ਹੈ, ਉਸ ਦਾ ਪਾਰ ਉਤਾਰਾ ਕਰਨ ਵਾਸਤੇ ਸਦਾ ਹੀ ਮਿਹਰ ਭਰਿਆ ਆਪ ਸ਼ਬਦ ਰਾਹੀਂ ਅਸੀਸ ਬਖਸ਼ਦੇ ਹੋ। ਤੋ ਅੱਜ ਦੇ ਇਸ ਖਾਸ ਦਿਹਾੜੇ 'ਤੇ ਅੱਛੀ ਗੱਲ ਤਾਂ ਇਹੀ ਹੈ, ਅਸੀਂ ਅੱਜ ਗੁਰਾਂ ਦੀ ਗੱਲ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਤੁਸੀਂ ਇਹ ਦਿਹਾੜਾ ਹਰ ਸਾਲ ਅਸੀਂ ਮਨਾਈਦਾ, ਮਹਾਰਾਜ ਆਪ ਮਨਵਾਉਂਦੇ ਨੇ। ਅਸੀਂ ਇਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਕਹੀਦਾ। ਔਰ ਤੁਹਾਡੇ ਜ਼ਿਹਨ ਵਿੱਚ ਵੀ ਇਹ ਸਵਾਲ ਹੋਏਗਾ ਕਿ ਇਹ ਪਹਿਲਾ ਪ੍ਰਕਾਸ਼ ਕਿਉਂ ਕਿਹਾ ਜਾਂਦਾ? ਇਹਦਾ ਮਤਲਬ ਦੂਜਾ ਵੀ ਹੋਏਗਾ। ਲੇਕਿਨ ਅਸੀਂ ਕਈ ਵਾਰੀ ਸ਼ਰਮ ਵੀ ਕਰ ਜਾਂਦੇ ਹਾਂ ਕਿ ਇਹ ਸਵਾਲ ਪੁੱਛਾਂਗੇ ਤੇ ਪਤਾ ਨਹੀਂ ਕੀ ਗੱਲ ਹੋਏਗੀ। ਗੁਰਾਂ ਦੇ ਅਸੀਂ ਗੁਰਪੁਰਬ ਮਨਾਉਂਦੇ ਹਾਂ, ਗੁਰਤਾ ਦਿਵਸ ਮਨਾਉਂਦੇ ਹਾਂ, ਜੋਤੀ ਜੋਤ ਸਮਾਨ ਦੇ ਵੀ ਦਿਹਾੜੇ ਮਨਾਈ ਦੇ ਨੇ, ਗੁਰਾਂ ਦੇ ਵੀ ਪ੍ਰਕਾਸ਼ ਦਿਹਾੜੇ ਮਨਾਈ ਦੇ ਨੇ। ਗੁਰੂ ਨਾਨਕ ਪਾਤਸ਼ਾਹ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਸਾਰੇ ਗੁਰਾਂ ਦੇ। ਪਰ ਕਿਸੇ ਦੇ ਅੱਗੇ ਪਹਿਲਾ ਪ੍ਰਕਾਸ਼ ਨਹੀਂ ਲੱਗਿਆ। ਧਿਆਨ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਦਿਹਾੜੇ 'ਤੇ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਿਉਂ ਕਹਿੰਦੇ ਹਾਂ? ਅਸੀਂ ਇਸ ਨੂੰ ਆਧਾਰ ਬਣਾ ਕੇ ਅੱਜ ਦੀ ਵਿਚਾਰ ਨੂੰ ਮੈਂ ਸਾਂਝ ਮਹਾਰਾਜ ਦੀ ਕਿਰਪਾ ਦੁਆਰਾ ਕਰਨਾ ਚਾਹੁੰਦਾ। ਜੇ ਸਮਝ ਆ ਜਾਂਦੀ ਹੈ ਤੇ ਦਿਹਾੜਾ ਮਨਾਉਣ ਦਾ ਹੋਰ ਹੀ ਆਨੰਦ ਆਉਂਦਾ ਹੈ। ਕੋਈ ਬਾਹਰੋਂ ਹੀ ਸਾਡਾ ਪੁੱਛ ਲਏ, ਬਈ ਪਹਿਲਾ ਪ੍ਰਕਾਸ਼ ਤੇ ਕੋਈ ਦੂਜਾ ਤੀਜਾ ਵੀ ਹੈ, ਉਸ ਵੇਲੇ ਮੈਂ ਸਮਝਣਾ ਸਾਡੇ ਕੋਲ ਕੋਈ ਆਨਸਰ ਨਹੀਂ ਹੋਏਗਾ।
ਜੇ ਹੋਏਗਾ ਤੇ ਆਪ ਜੀ ਪ੍ਰੋਗਰਾਮ ਤੋਂ ਬਾਅਦ ਦੱਸ ਸਕਦੇ ਹੋ, ਕਿਉਂਕਿ ਅੱਜ ਦੇ ਦਿਹਾੜੇ ਉਸ ਪਾਵਨ ਪਵਿੱਤਰ ਧਰਤੀ ਜਿਹੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਡਿੱਠੇ ਸਭੇ ਥਾਵ, ਨਹੀਂ ਤੁਧ ਜਿਹਾ ਬਦੋਸ ਪੁਰਖ ਵਿਦਾਤਾ ਤਹਾਂ ਤੂੰ ਸੋਇਆ, ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉਸ ਸਥਾਨ ਦੀ ਜਿਹੜੀ ਨੀਂਹ ਰੱਖੀ, ਜਿਸ ਦੀ ਇਮਾਰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਈ, ਜਿਸ ਨੂੰ ਸੰਪੂਰਨ ਹਰਿਮੰਦਰ ਸਾਹਿਬ ਦੇ ਨਾਮ ਤੋਂ ਅਸੀਂ ਪੁਕਾਰਦੇ ਹਾਂ। ਹਰ ਮੰਦਰ ਹਰ ਸ਼ਰੀਰ ਹੈ। ਇਸ ਦਿਨ ਸਨ 1604 ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਜ ਦੇ ਦਿਹਾੜੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਕੀਤਾ ਹੈ। ਜਾਣੂ ਹੋ ਆਪ। ਔਰ ਇਹ ਪ੍ਰਕਾਸ਼, ਇੱਕ ਗੱਲ ਯਾਦ ਰੱਖੋ, ਪਹਿਲਾ ਪ੍ਰਕਾਸ਼ ਤਾਂ ਕਿਹਾ ਹੈ ਕਿਉਂਕਿ ਇਸ ਨੂੰ ਹਲੇ ਗੁਰਤਾ ਗੱਦੀ ਨਹੀਂ ਮਿਲੀ। ਗੁਰੂ ਸਾਹਿਬ ਆਪ ਦੇਹ ਦੇ ਵਿੱਚ ਬਿਰਾਜਮਾਨ ਸਨ। ਹਾਲਾਂਕਿ ਜਿਹੜਾ ਸਾਡੇ ਗੁਰੂਆਂ ਦਾ ਗੁਰੂ ਹੈ, ਉਹ ਸ਼ਬਦ ਗੁਰੂ ਹੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਗੁਰੂ ਹੈ ਹੋਰ ਕੋਈ ਨਹੀਂ, ਉਹ ਸ਼ਬਦ ਗੁਰੂ ਹੈ। ਜਦੋਂ ਸਿੱਧਾ ਨੇ ਪੁੱਛਿਆ ਸੀ ਨਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਉਹ ਬਾਲਕ ਸਮਝਦੇ ਸਨ। ਆਪ ਵਡੇਰੀਆਂ ਉਮਰਾਂ ਦੇ ਸਨ, ਜਟਾਂ ਵਧਾਈਆਂ ਹੋਈਆਂ ਸਨ, ਤੇ ਪਹਾੜਾਂ ਦੀ ਸੁਮੇਰ ਪਰਬਤ ਤੇ ਚੜ੍ਹ ਕੇ ਉਸ ਰੱਬ ਦੀ ਪ੍ਰਾਪਤੀ ਨੂੰ ਨਿਕਲੇ ਹੋਏ ਸਨ। ਰਿੱਧੀਆਂ ਸਿੱਧੀਆਂ ਦੇ ਮਾਲਕ ਬਣੇ ਹੋਏ ਸਨ। ਹੈਰਾਨ ਹੋ ਗਏ ਕਿ ਛੋਟੀ ਉਮਰ ਦਾ ਬਾਲਕ ਇੱਥੋਂ ਤੱਕ ਕਿਵੇਂ ਪਹੁੰਚ ਗਿਆ। ਤੇ ਉਹ ਸਾਰੀ ਸਿੱਧ ਗੋਸ਼ਟ ਹੁੰਦਾ ਹੈ ਵਿਚਾਰ। ਉਸ ਬਾਣੀ ਦੇ ਵਿੱਚ ਇਹ ਸਵਾਲ ਜਵਾਬ ਹੋਏ ਨੇ। ਦੇਖੋ, ਗੱਲ ਦੇ ਵਿੱਚੋਂ ਸਾਹਮਣੇ ਗੱਲ ਆਈ ਹੈ, ਸੱਜਣ ਠੱਗ ਸੀ ਨਾ, ਮਹਾਰਾਜ ਨੂੰ ਨਾ ਬਹੁਤਾ ਸਮਾਂ ਨਹੀਂ ਲੱਗਿਆ ਉਹਨੂੰ ਸੁਧਾਰਨ ਦੇ ਵਿੱਚ। ਕੋਡਾ ਰਾਕਸ਼ ਸੀ, ਉਹਨੂੰ ਸਮਾਂ ਨਹੀਂ ਲੱਗਿਆ ਮਹਾਰਾਜ ਨੂੰ। ਵਲੀ ਕੰਧਾਰੀ, ਹੋਰ ਅਨੇਕਾਂ ਹੀ ਤੁਹਾਨੂੰ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਦੇ ਭਾਵੇਂ ਉਜਲ ਕੇ ਹਾ ਚਿਲਕਣਾ ਘੋਟਮ ਕਾਲੜੀ ਮੱਸ, ਝੋਠਿਆਂ ਧੋਤਿਆਂ ਝੂਠ ਨਾ ਉਤਰੇ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਥਿੱਤੇ ਖੜੇ ਦਿਸਣ। ਇਹ ਕੋਈ ਬਚਨ ਸੁਣ ਕੇ ਸੱਜਣ ਠੱਗ ਤੋਂ ਸੱਜਣ ਸਾਧ ਬਣ ਗਿਆ। ਧਿਆਨ ਦੇਣਾ, ਬਹੁਤਾ ਸਮਾਂ ਨਹੀਂ ਲੱਗਿਆ, ਕੁਝ ਸਮੇਂ ਵਿੱਚ ਹੀ ਉਹ ਪਰਮਾਤਮਾ ਦੇ ਭਗਤ ਬਣ ਗਏ। ਜਿਹੜੇ ਠੱਗੀ ਮਾਰਦੇ ਸਨ, ਜਿਹੜੇ ਹੰਕਾਰ ਕਰਦੇ ਸਨ, ਜਾਂ ਹੋਰ ਦੁਨੀਆ ਦੇ ਮਾੜੇ ਕੰਮ ਕਰਦੇ ਸਨ। ਤੁਸੀਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧ ਗੋਸ਼ਟ ਬਾਣੀ ਸਭ ਤੋਂ ਲੰਬੀ ਬਾਣੀ ਹੈ। ਕਿਉਂ? ਜਿਹੜਾ ਬੰਦਾ ਜ਼ਿਆਦਾ ਗਿਆਨਵਾਨ ਹੋ ਜਾਏ ਨਾ, ਉਹ ਤਰਕ ਜ਼ਿਆਦਾ ਕਰਦਾ ਹੈ। ਉਹਦੀ ਸੋਚ ਹੈ ਨਾ, ਹੰਕਾਰੀ ਸੋਚ ਹੋ ਜਾਂਦੀ ਹੈ। ਉਹ ਫਿਰ ਤਰਕ ਕਰਦਾ ਹੈ। ਜਦੋਂ ਮਹਾਰਾਜ ਉਸ ਧਰਤੀ ਤੇ ਪਹੁੰਚੇ, ਬੜੇ ਸਵਾਲ ਮਹਾਰਾਜ ਦੇ ਅੱਗੇ ਰੱਖੇ, ਤੇ ਮਹਾਰਾਜ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਬਹੁਤ ਸਮਾਂ ਲਾਇਆ। ਕਿਉਂਕਿ ਜਿਹੜਾ ਜ਼ਿਆਦਾ ਗਿਆਨੀ ਹੋ ਜਾਏ ਨਾ, ਬਾਬਾ ਨੰਦ ਸਿੰਘ ਜੀ ਕਹਿੰਦੇ ਸਨ, ਗਿਆਨੀ ਤੇ ਚੰਗਾ ਹੈ, ਪਰ
ਅੱਤ ਦਾ ਗਿਆਨੀ ਚੰਗਾ ਨਹੀਂ ਹੈ, ਕਿਉਂਕਿ ਉਹਦਾ ਗਿਆਨ ਨਾ ਸਿਰ ਤੇ ਚੜ ਜਾਂਦਾ ਹੈ। ਜਿਸ ਤਰ੍ਹਾਂ ਮਾਇਆ ਹੁੰਦੀ ਹੈ ਨਾ, ਮਾਇਆ ਮਾੜੀ ਨਹੀਂ ਹੈ, ਮਾਇਆ ਦਾ ਅਹੰਕਾਰ ਮਾੜਾ ਹੈ। ਫਿਰ ਧਿਆਨ ਦੇਣਾ, ਕਦੀ ਮਤ ਸੋਚਣਾ ਗੁਰੂ ਸਾਹਿਬ ਮਾਇਆ ਦੇ ਖਿਲਾਫ ਨੇ। ਗੁਰੂ ਮਾਇਆ ਦੇ ਖਿਲਾਫ ਨਹੀਂ ਹੈ। ਮਾਇਆ ਆ ਕੇ ਪਰਮਾਤਮਾ ਨੂੰ ਭੁੱਲ ਜਾਣਾ, ਉਹਦੇ ਖਿਲਾਫ ਨੇ ਮਹਾਰਾਜ। ਸਿੱਧ ਮਾੜੇ ਨਹੀਂ ਸਨ। ਸਿੱਧਾਂ ਦਾ ਜਿਹੜਾ ਗਿਆਨ ਸੀ ਨਾ, ਉਹ ਸਿਰ ਤੇ ਚੜ ਗਿਆ ਸੀ। ਤੇ ਗੁਰੂ ਸਾਹਿਬ ਨੇ ਉਸ ਵੇਲੇ ਬੜੇ ਸਵਾਲ ਕੀਤੇ ਉਹਨਾਂ ਅੱਗੇ। ਮਹਾਰਾਜ ਨੇ ਹਾਜ਼ਰ ਨਾਜ਼ਰ ਉਹਨਾਂ ਨੂੰ ਜਵਾਬ ਦਿੱਤੇ। ਉਹਨਾਂ ਨੇ ਅਰਮਤਾ ਹੀ ਕੀਤੀ ਕਿ ਤੇਰਾ ਕਵਣ, ਦੇਖੋ ਕਿਵੇਂ ਵਰਡ ਯੂਜ਼ ਕੀਤੇ। ਤੇਰਾ ਕਿਹਨੂੰ ਕਹੀਦਾ? ਛੋਟੇ ਨੂੰ ਹੀ ਕਹੀਦਾ ਨਾ, ਨਹੀਂ ਸਮਝ ਸੀ। ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਤੇ ਮਹਾਰਾਜ ਕਹਿੰਦੇ ਨੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਜਿਹੜਾ ਗੁਰੂ ਹੈ ਨਾ, ਉਹ ਸ਼ਬਦ ਹੈ। ਤੇ ਸ਼ਬਦ ਜਿਹਦਾ ਗੁਰੂ ਹੁੰਦਾ ਹੈ, ਉਹ ਆਪਣੀ ਸੁਰਤ ਨੂੰ ਚੇਲਾ ਬਣਾਉਂਦਾ ਹੈ। ਧਿਆਨ ਦੇਣਾ, ਬੜਾ ਥੋੜਾ ਜਿਹਾ ਬੜਾ ਟਿਪੀਕਲ। ਇਹ ਕਈ ਚੀਜ਼ਾਂ ਨਾ ਸਮਝਣ ਦੀਆਂ ਹੁੰਦੀਆਂ ਨੇ। ਪਰਮਾਤਮਾ ਕੋਈ ਰੂਪ ਨਹੀਂ ਹੈ। ਰੋਜ਼ ਪੜ੍ਹਦੇ ਹੋ ਜਾਪ ਸਾਹਿਬ ਵਿੱਚ, ਰੂਪ ਨਾ ਹੈ ਵਾਹਿਗੁਰੂ, ਚੱਕਰ ਚਿੰਨ ਅਰਬਰਨ ਜਾਤ ਅਰ ਪਾਤ ਨੈਣ ਜੇ, ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕੇ। ਕੋਈ ਰੂਪ ਨਹੀਂ ਹੈ ਪਰਮਾਤਮਾ ਦਾ। ਰੂਪ ਹੋਵੇ ਤੇ ਗੱਲ ਹੋਵੇ। ਪਰਮਾਤਮਾ ਇੱਕ ਸ਼ਬਦ ਹੈ, ਤੇ ਸ਼ਬਦ ਦਿਸਦਾ ਨਹੀਂ ਹੈ, ਸ਼ਬਦ ਨੂੰ ਫੀਲ ਕੀਤਾ ਜਾਂਦਾ ਹੈ। ਹੁਣ ਤੁਸੀਂ ਕਹੋਗੇ ਸ਼ਬਦ ਕਿਹੜਾ ਹੈ? ਸ਼ਬਦ ਤੇ ਮੈਂ ਵੀ ਬੋਲ ਰਿਹਾ, ਤੁਸੀਂ ਵੀ ਸਾਰਾ ਦਿਨ ਬੋਲਦੇ ਹੋ, ਸ਼ਬਦ ਹੀ ਤੇ ਨੇ। ਜਿਹੜੇ ਅਸੀਂ ਬੱਚਿਆਂ ਨਾਲ ਬੋਲਨੇ ਹਾਂ, ਪਰਿਵਾਰ ਵਿੱਚ ਬੋਲਨੇ ਹਾਂ, ਜਿਹੜੇ ਬਿਜ਼ਨਸ ਵਿੱਚ ਬੋਲਨੇ ਹਾਂ, ਜਾਂ ਸੰਸਾਰ ਵਿੱਚ ਕੋਈ ਵੀ ਬੋਲ ਰਿਹਾ, ਉਹ ਆਲਮੋਸਟ ਸ਼ਬਦ ਹੀ ਹੈ। ਪਰ ਜਿਹੜੇ ਗੁਰੂ ਸਾਹਿਬ ਸ਼ਬਦ ਦੀ ਗੱਲ ਕਰ ਰਹੇ ਨੇ ਨਾ, ਜਿਹਦੇ ਵਿੱਚ ਪਰਮਾਤਮਾ ਦੀ ਸਿਫਤ ਹੈ, ਉਹ ਸ਼ਬਦ ਹੈ ਸਾਡਾ। ਦੇਖੋ ਧਿਆਨ ਦੇਣਾ, ਜਿਸ ਵਿੱਚ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ ਨਾ, ਉਹ ਸ਼ਬਦ ਹੈ। ਜਿਸ ਦੀ ਵਿੱਚ ਸਿਫਤ ਨਹੀਂ ਹੈ, ਉਹਦੇ ਅਕੋਰਡਿੰਗ ਬਾਬਾ ਜੀ ਨੇ ਕਿਹਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਕੀ ਹੈ? ਬੋਲ। ਬੋਲ ਕੀ? ਸ਼ਬਦ। ਤੇ ਸ਼ਬਦ ਕੀ ਹੈ? ਫੀਲਿੰਗ। ਤੇ ਫੀਲਿੰਗ ਕੀ ਹੈ? ਪਰਮਾਤਮਾ। ਪਰਮਾਤਮਾ ਕੋਈ ਰੂਪ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਉਹਨੂੰ ਕੋਈ ਥਾਪ ਨਹੀਂ ਸਕਦਾ। ਕਈ ਵਾਰੀ ਅਸੀਂ ਕਹਿੰਦੇ ਫਲਾਣੀ ਜਗ੍ਹਾ ਤੇ ਮੂਰਤੀ ਦਾ ਸਥਾਪਨ ਕੀਤਾ ਗਿਆ। ਅਰੇ ਰੱਬ ਕੋਈ ਇੱਕ ਜਗ੍ਹਾ ਦਾ ਸਥਾਪਨ ਨਹੀਂ ਹੈ। ਜੇ ਅਸੀਂ ਲੋਕ ਰੱਬ ਦੀ ਮੂਰਤ ਬਣਾ ਕੇ ਉਹਨੂੰ ਸਥਾਪਿਤ ਕਰ ਦਈਏ, ਤੇ ਫਿਰ ਰੱਬ ਛੋਟਾ ਹੋ ਗਿਆ, ਮੂਰਤੀ ਵੱਡੀ ਹੋ ਗਈ। ਅਸੀਂ ਰੱਬ ਨੂੰ ਨੀਵਾਂ ਕਹਿ ਦਿੱਤਾ ਹੈ। ਜਿਸ ਤਰ੍ਹਾਂ ਮਹਾਰਾਜ ਉਹ ਪੂਰੀ ਗਏ ਸਨ, ਉਹ ਥਾਲ ਵਿੱਚ 4-5 ਦੀਵੇ ਰੱਖ ਕੇ ਤੇ ਆਰਤੀ ਕਰ ਰਹੇ ਸਨ। ਮਹਾਰਾਜ ਵੀ ਖੜੇ ਹੋ ਗਏ ਜਾ ਕੇ। ਗੁਰੂ ਨਾਨਕ ਪਾਤਸ਼ਾਹ, ਇਹ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਸਾਨੂੰ ਸ਼ਬਦ ਦੀ ਪਹਿਲਾਂ ਸਮਝ ਆ ਜਾਏ। ਤੇ ਮਹਾਰਾਜ ਵੇਖਦੇ ਨੇ, ਤੇ ਸਾਰੇ ਉੱਥੇ ਦੇ ਬ੍ਰਾਹਮਣ ਲੋਕ ਆ ਗਏ। ਮਹਾਰਾਜ ਆਰਤੀ ਹੋ ਰਹੀ ਸੀ, ਤੁਸੀਂ ਸ਼ਾਮਲ ਨਹੀਂ ਸੋ। ਮਹਾਰਾਜ ਕਹਿੰਦੇ, ਮੈਂ ਤੇ ਸ਼ਾਮਲ ਸਾਂ, ਤੁਸੀਂ ਤੇ ਬਿਲਕੁਲ ਉਵੇਂ ਦੇਖ ਰਹੇ ਸਨ, ਮੁਸਕਰਾ ਰਹੇ ਸੋ। ਅਸੀਂ ਸਾਰੇ ਮਸਤ ਸੀ। ਮਹਾਰਾਜ ਕਹਿੰਦੇ ਨੇ, ਭੋਲਿਓ, ਰੱਬ ਕੋਈ ਇੰਨਾ ਛੋਟਾ ਥੋੜ੍ਹਾ ਜਿਹੜਾ ਤੁਸੀਂ ਇੱਕ ਥਾਲ ਦੇ ਵਿੱਚ 4-5 ਦੀਵੇ ਬਾਲ ਕੇ ਤੇ ਧੂਪ ਬੱਤੀ ਲਾ ਕੇ ਤੇ ਉਹ 4-5 ਫੁੱਲ ਰੱਖ ਕੇ ਤੇ ਉਹਦੀ ਤੁਸੀਂ ਆਰਤੀ ਕਰ ਰਹੇ ਹੋ। ਨਹੀਂ ਭਾਈ, ਆਰਤੀ ਤੇ ਪਰਮਾਤਮਾ ਦੀ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਹੋ ਰਹੀ ਹੈ। ਫਿਰ ਧਿਆਨ ਦੇਣਾ, ਰੋਜ਼ ਪੜ੍ਹਦੇ ਹੋ, ਗगन में थाल रव चंद दीपक बने, तारका मंडल
जनक मोती धूप मनान लो, पवन चवरो करे सगल बनराए, फूलंत ज्योति कैसी आरती होए। कहते ने ओदी आरती ते ब्रह्मंड कर रहा है। ये सारा गगन थाल है, ਜਿਹੜਾ ਤੁਸੀਂ ਛੋਟੀ ਥਾਲੀ ਰੱਖੀ ਹੈ ਨਾ, ਦੇਖੋ ਸਮਝਣ ਦੀ ਗੱਲ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇ ਇਸ ਸਿਧਾਂਤ ਨੂੰ ਸਮਝ ਲਿਆ, ਉਹਨਾਂ ਨੇ ਤੇ ਥਾਲੀ ਥੂਲੀ ਦੀ ਪ੍ਰਥਾ ਬੰਦ ਕਰ ਦਿੱਤੀ। ਜਿਹੜੇ ਨਹੀਂ ਸਮਝੇ ਮੇਰੇ ਵਰਗੇ, ਉਹ ਅੱਜ ਵੀ ਇਹ ਕਿਰਿਆ ਕਰ ਰਹੇ ਨੇ, ਉਹਨਾਂ ਨੂੰ ਮੁਬਾਰਕ ਹੈ। ਉਹ ਰੱਬ ਨੂੰ ਛੋਟਾ ਸਮਝ ਕੇ ਆਪਣੀ ਗੱਲ ਰੱਖ ਰਹੇ ਨੇ। ਜਦੋਂ ਤੁਸੀਂ ਅਸਮਾਨ ਦੇ ਵਿੱਚ ਵੇਖੋਗੇ ਨਾ ਸਕਾਈ, ਤੁਹਾਨੂੰ ਛੋਟੇ ਛੋਟੇ ਤਾਰੇ ਨਜ਼ਰ ਆਉਣਗੇ, ਆਉਂਦੇ ਨੇ ਨਾ। ਮਾਰੇ ਕਹਿੰਦੇ ਸਾਰੇ ਦੀਏ ਨੇ, ਦੀਵੇ। ਇਹ ਸਾਰੀ ਪਰਮਾਤਮਾ ਦੀ ਆਰਤੀ ਕਰ ਰਹੇ ਨੇ। ਪਵਨ ਚਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ। ਜਿੰਨੀ ਤੁਸੀਂ ਧਰਤੀ ਵੇਖ ਰਹੇ ਹੋ, ਇਹ ਫੁੱਲਾਂ ਦੀ ਸਜੀ ਹੋਈ ਹੈ। ਪਵਨ ਹਵਾ ਚੋਰ ਕਰ ਰਹੀ ਹੈ। ਪਰਮਾਤਮਾ ਨੂੰ ਚੋਰ ਕਰਨ ਵਾਸਤੇ ਤਾਂ ਪੂਰੀ ਬ੍ਰਹਿਮੰਡ ਹੀ ਹਵਾ ਵਿੱਚ ਹੋ ਰਹੀ ਹੈ। ਤੇ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ। ਜਦ ਇਤਨੇ ਸਵਾਲ ਹੋਏ ਤੇ ਸਿੱਧ ਕਹਿੰਦੇ ਨੇ ਤੇਰਾ ਕਵਣ ਗੁਰੂ। ਜਦੋਂ ਬੰਦਾ ਮੈਂ ਹੰਕਾਰੀ ਤਾਂ ਕਿਹਾ ਵੇ, ਜਦੋਂ ਤੁਸੀਂ ਨਾਮ ਜਪਣ ਵਾਲੇ ਦੀ ਇਸ ਤਰ੍ਹਾਂ ਕਰਕੇ ਬੁਲਾਓਗੇ ਤੇ ਤੁਹਾਡਾ ਨੀਵਾਂਪਨ, ਤੁਹਾਡਾ ਹੰਕਾਰ ਸਾਹਮਣੇ ਆਏਗਾ। ਕਹਿਣਾ ਤੇ ਚਾਹੀਦਾ ਸੀ, ਹੇ ਰੱਬ ਜੀ ਤੁਹਾਡਾ ਕਿਹੜਾ ਗੁਰੂ ਹੈ, ਪਰ ਉਹਨਾਂ ਨੇ ਰੱਬ ਜੀ ਨਹੀਂ ਕਿਹਾ। ਉਹ ਕਿਹਾ ਤੇਰਾ ਕਵਣ ਗੁਰੂ। ਤੇਰਾ ਕਿਹੜਾ ਗੁਰੂ ਹੈ? ਤੇਰਾ ਉਹਨੂੰ ਕਹਿੰਦਾ ਜਿਹੜਾ ਆਪਣੇ ਤੋਂ ਛੋਟਾ ਹੁੰਦਾ ਹੈ। ਕਈ ਵਾਰੀ ਉਮਰ ਦਾ ਤਕਾਜ਼ਾ ਨਹੀਂ ਅਸੀਂ ਕਰੀਦਾ। ਜਿਹੜਾ ਨਾਮ ਜਪਣ ਵਾਲਾ ਨਾ, ਉਹ ਤੇ ਪਰਮਾਤਮਾ ਹਰ ਕਾ ਸੇਵਕ ਹਰ ਜਿਆ। ਹਰੀ ਦਾ ਜਿਹੜਾ ਸੇਵਕ ਹੈ ਨਾ, ਉਹ ਹਰੀ ਵਰਗਾ ਹੀ ਹੈ। ਦੇਖੋ ਧਿਆਨ ਦਿਓ, ਤੇਰਾ ਕਵਣ ਗੁਰੂ। ਮਹਾਰਾਜ ਕਹਿੰਦੇ ਨੇ ਮੇਰਾ ਗੁਰੂ ਹੈ ਨਾ ਜਿਹੜਾ, ਉਹ ਸ਼ਬਦ ਗੁਰੂ ਹੈ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਬਣ ਗਏ ਸ਼ਬਦ। ਮਹਾਰਾਜ ਨੇ ਕਿਸੇ ਦੇ ਅੱਗੇ ਸਾਰੀ ਉਮਰ ਮੱਥਾ ਨਹੀਂ ਟੇਕਿਆ, ਸੀਸ ਨਹੀਂ ਝੁਕਾਇਆ ਕਿਹਦੇ? ਭਾਈ ਲਹਿਣਾ ਜੀ ਦੇ। ਕਿਉਂਕਿ ਉਹ ਸ਼ਬਦ ਦੀ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ। ਗੁਰੂ ਅੰਗਦ ਦੇ ਪਾਤਸ਼ਾਹ ਭਾਈ ਲਹਿਣੇ ਤੋਂ ਜਦ ਅੰਗਦ ਬਣੇ, ਸਾਰੀ ਉਮਰ ਕਿਸੇ ਅੱਗੇ ਮੱਥਾ ਨਹੀਂ ਟੇਕਿਆ। ਆਪਣੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਦੇ ਵੀ ਟਿਕਾਈ, ਤਾਂ ਮੱਥਾ ਟੇਕਿਆ। ਜਦੋਂ 10ਵੇਂ ਜਾਮੇ 'ਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 42 ਸਾਲ ਦੀ ਆਰਵਲਾ ਦੇ ਵਿੱਚ ਕਿਸੇ ਦੇ ਅੱਗੇ ਘੁਟਨੇ ਨਹੀਂ ਟੇਕੇ, ਸੀਸ ਨਹੀਂ ਝੁਕਾਇਆ। ਅਖੀਰਲੇ ਸਮੇਂ ਨਾਂਦੇੜ ਦੀ ਧਰਤੀ ਤੇ ਆ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ। ਮਹਾਰਾਜ ਕਹਿੰਦੇ ਨੇ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੇਲੇ। ਜਿਹੜਾ ਵੀ ਪ੍ਰਭੂ ਨੂੰ ਪਾਉਣ ਦਾ ਇੱਛੁਕ ਹੈ, ਫਿਰ ਧਿਆਨ ਦੇਵੋ, ਤੁਹਾਡੇ ਮਨ ਦੇ ਵਿੱਚ ਇੱਛਾ ਹੈ ਰੱਬ ਨੂੰ ਪਾਉਣ ਦੀ, ਕਿੱਥੇ ਹੋਰ ਨਾ ਢੋਡੋ ਰੱਬ ਨੂੰ। ਮਹਾਰਾਜ ਕਹਿੰਦੇ ਨੇ ਖੋਜ ਸ਼ਬਦ ਮੇਲੇ। ਵਾਹ, ਦੇਖੋ ਸਿਧਾਂਤ ਕਿੰਨਾ ਉੱਚਾ ਹੈ। ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਸ਼ਬਦ ਤੋਂ ਸਾਡੀ ਉਤਪਤੀ ਹੋਈ ਹੈ। ਸ਼ਬਦ ਤੋਂ ਹੀ ਪਰਮਾਤਮਾ ਸੰਸਾਰ ਦੇ ਵਿੱਚ, ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਹੈ। ਕੀਤਾ ਪਸਾਓ, ਰੋਜ਼ ਪੜ੍ਹਦੇ ਹੋ ਨਾ, ਏਕੋ ਕਵਾਓ। ਕਵਾਓ ਕੀ? ਬੋਲ ਕੀ ਨੇ? ਸ਼ਬਦ। ਕੀਤਾ ਪਸਾਓ, ਜਿੰਨਾ ਵੀ ਪਸਾਓ ਹੈ ਨਾ, ਇਹ ਜਿਹੜੀ ਧਰਤੀ ਖੰਡ ਬ੍ਰਹਮੰਡ ਤੁਸੀਂ ਦੇਖ ਰਹੇ ਹੋ, ਇਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਿਆ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇ ਤਰ ਸਭੂ। ਉਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ ਸ੍ਰਿਸ਼ਟੀ ਬਣਾਉਣ ਨੂੰ। ਸਾਨੂੰ ਇੱਕ 100 ਗਜ ਦਾ ਮਕਾਨ ਬਣਾਉਣਾ ਹੋਵੇ
ਤੇ ਅਸੀਂ ਸਾਰੇ ਪਰਿਵਾਰ ਵਾਲੇ ਕਿਤਨੇ ਔਖੇ ਹੋ ਕੇ, ਕਿਤਨੀ ਮੁਸ਼ਕਲਾਂ ਦੇ ਵਿੱਚ ਸਾਲ ਲਾ ਕੇ ਇੱਕ ਮਕਾਨ ਬਣਾਉਂਦੇ ਹਾਂ। ਪਰਮਾਤਮਾ ਨੇ ਇਹ ਵਜੀਆਂ ਲੱਖਾਂ ਹੀ ਸ੍ਰਿਸ਼ਟੀਆਂ, ਲੱਖਾਂ ਧਰਤੀਆਂ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ, ਇਹ ਵਜੇ ਕਰੋੜਾਂ ਹੀ ਬ੍ਰਹਮੰਡ ਬਣਾਉਣ ਵਾਸਤੇ ਕੋਈ ਸਮਾਂ ਨਹੀਂ ਲਾਇਆ। ਖਿਨ ਮੇ ਥਾਪ ਉਥਾਪਨ ਹਾਰਾ, ਉਹਨੇ ਇੱਕ ਖਿਨ ਦੇ ਵਿੱਚ ਧਰਤੀ ਨੂੰ ਸਾਜ ਦਿੱਤਾ। ਕੀਤਾ ਪਸਾਓ, ਇਹ ਜਿੰਨਾ ਵੀ ਪਸਾਓ ਹੈ ਏਕੋ ਕਵਾਓ, ਕੀਤਾ ਪਸਾਓ ਏਕੋ ਕਵਾਓ, ਇਹ ਉਹਦੇ ਬੋਲ ਦੇ ਨਾਲ ਇਹ ਸਾਰੀ ਧਰਤੀ ਪੈਦਾ ਹੋਈ ਹੈ। ਤੇ ਫਿਰ ਵੱਡਾ ਕੌਣ ਹੋਇਆ? ਬੋਲ, ਸ਼ਬਦ। ਉਹ ਗੁਰੂ ਨਾਨਕ ਦਾ ਗੁਰੂ ਸ਼ਬਦ ਹੈ। ਜੇ ਸਾਡੇ ਗੁਰੂ ਦਾ ਗੁਰੂ ਸ਼ਬਦ ਹੈ ਤੇ ਸਾਡਾ ਫਿਰ ਗੁਰੂ ਕਿਹੜਾ ਹੋਇਆ? ਉਹ ਵੇ ਸ਼ਬਦ ਗੁਰੂ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ, ਤੇ ਸ਼ਬਦ ਦੇ ਨਾਲ ਜਿਹੜਾ ਜੁੜ ਗਿਆ ਉਹਨੂੰ ਫਿਰ ਬਾਹਰਲੀਆਂ ਚੀਜ਼ਾਂ ਦੇ ਨਾਲ ਕੋਈ ਸੰਬੰਧ ਟੁੱਟ ਜਾਂਦਾ ਹੈ। ਦੇਖੋ, ਜਦ ਤੱਕ ਸਾਡਾ ਸੰਸਾਰ ਦੇ ਨਾਲ ਪਕੜ ਹੈ ਤੇ ਨਿਰੰਕਾਰ ਨਾਲ ਅਸੀਂ, ਨਿਰੰਕਾਰ ਦੀ ਪਕੜ ਨਹੀਂ ਹੋ ਸਕਦੀ। ਅਗਰ ਭਾਂਡੇ ਵਿੱਚ ਵਸਤੂ ਪਈ ਹੈ ਤੇ ਉਸ ਵਸਤੂ ਨੂੰ ਦੂਜੀ ਪਾਣੀ ਹੈ ਤੇ ਪਹਿਲੀ ਕੱਢਣੀ ਪਏਗੀ। ਸੰਸਾਰ ਛੱਡਣਾ ਨਹੀਂ, ਸੰਸਾਰ ਦੀ ਪਕੜ ਛੱਡੋਗੇ ਨਿਰੰਕਾਰ ਦੀ ਪਕੜ ਆ ਜਾਏਗੀ। ਸੰਸਾਰ ਕੀ ਹੈ? ਮੈਂ ਮੇਰੀ ਛੱਡੋਗੇ, ਦੇਖੋ ਤੂੰ ਤੇ ਤਾਂ ਹੀ ਵਸੇਗਾ ਜੇ ਮੈਂ ਕੱਢਾਂਗੇ। ਤੁਸੀਂ ਚਾਹੋ ਮੈਂ ਵੀ ਵਸੀ ਰਵੇ, ਤੂੰ ਵੀ ਆ ਜਾ, ਨਹੀਂ ਹੋ ਸਕਦਾ। ਰੋਜ਼ ਪੜ੍ਹਦੇ ਹੋ ਭਗਤ ਰਵਿਦਾਸ ਜੀ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। हे ਰੱਬਾ, ਦੇਖੋ ਤੂੰ ਤੇ ਮੇਰੇ ਕੋਲੋਂ ਤਾਂ ਹੀ ਨਿਕਲੇਗੀ ਜਦ ਮੇਰੇ ਅੰਦਰੋਂ ਮੈਂ ਜਾਏਗੀ। ਮੈਂ ਕਿਸੇ ਦੀ ਤਾਰੀਫ ਤੇ ਤਾਂ ਕਰਾਂਗਾ ਜਦ ਮੇਰੀ ਨਿਕਲੇਗੀ। जब मेरी मिट जाए तब प्रभ काज सवारे आए, जब लग मेरी करे तब लग काज एक नहीं सरै। देखो, मैं परमात्मा दे गुण तां गावांगा जी मेरी मैं निकलेगी। ते जे मैं ही सब कुछ हाँ, असीं परमात्मा दे, हुण असीं परमात्मा दे गुण गाने आ, क्यों आनंद नहीं आंदा? क्योंकि मैं वसी पई है। हमारे कहते हैं गावे को दात जाने निशान, गावे को गुण वड्याइयां चार, गावे को विद्या विक्रम विचार। कई दातां वेख के उसनूं गुण गा रहे ने, कई कहते रब बड़ा वड्डा है, गावे को जापे दिसे दूर। कई कहते रब बड़ा ही दूर है, वो पहाड़ां भी चले गए सिद्ध वर्गे। कई कहते ने रब बिल्कुल नेड़े, गावे को जापे दिसे दूर, गावे को वेखे हादरा हदूर। वो कहते बिल्कुल मेरे नाल है रब, कि ज़ाहिर ज़हूर है, कि हाज़र हजूर है। तो गुरु साहब का जिहड़ा गुरु है, गुरु नानक दा, वो शब्द है। जे साडे गुरु दा गुरु शब्द है तो साडा गुरु भी शब्द ही है। तुहाडे कोल कोई सवाल पूछे तुहाडा किहड़ा गुरु है, तो असीं यही जवाना है कि शब्द गुरु सुरत धुन चेला। ਤੇ ਅੱਜ ਦੇ ਦਿਨ ਗੁਰੂ ਸਾਹਿਬ ਨੇ ਉੱਥੇ ਪ੍ਰਕਾਸ਼ ਜ਼ਰੂਰ ਕੀਤਾ। ਤਾਂ ਪਹਿਲਾ ਪ੍ਰਕਾਸ਼ ਕਿਹਾ ਜਾਂਦਾ ਹੈ ਕਿ ਉਸ ਵੇਲੇ ਗੁਰਤਾ ਗੱਦੀ ਨਹੀਂ ਸੀ, ਗੁਰੂ ਦਾ ਦਰਜਾ ਨਹੀਂ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ। ਇਹ ਤੇ 1604 ਦੀ ਗੱਲ ਹੈ, ਤੇ ਜਿਹੜੀ ਗੁਰਤਾ ਗੱਦੀ ਮਿਲੀ ਹੈ ਉਹ 1708 ਵਿੱਚ ਨਾਂਦੇੜ ਵਿਖੇ ਮਿਲੀ ਹੈ। ਕਿੰਨੇ ਸਾਲ ਹੋ ਗਏ? ਨੀਅਰ ਅਬਾਊਟ 104 ਈਅਰ, 104 ਸਾਲ। ਜਿਹੜੀ ਬੀੜ ਦਾ ਤੁਸੀਂ ਜਿਹਨੂੰ ਸ਼ਬਦ ਗੁਰੂ ਦਾ ਦਰਜਾ ਮਿਲਿਆ ਨਾ, ਉਹ ਬੀੜ ਔਰ ਇਸ ਬੀੜ ਵਿੱਚ ਫਰਕ ਹੈ। ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਣੀ ਸਿੰਘ ਜੀ ਲਿਖਾਰੀ, ਬਾਬਾ ਦੀਪ ਸਿੰਘ ਜੀ ਦੇ ਸਹਾਇਕ ਲਿਖਾਰੀ, ਜਿਨ੍ਹਾਂ ਨੇ ਕਲਮਾਂ ਦੀ ਸੇਵਾ ਕੀਤੀ ਔਰ ਨਾਲ ਸਹਾਇਕ ਬਣ ਕੇ, ਉਹ ਸਰੂਪ ਹੋਵੇ ਉਹਨੂੰ ਦਮਦਮੀ ਦਾ ਸਰੂਪ ਕਹਿੰਦੇ ਨੇ। ਬਈ ਇਹ ਬੀੜ ਬਾਬਾ ਜੀ ਦੀ ਜਿਹੜੀ ਤਿਆਰ ਕੀਤੀ, ਜਿਹੜਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਹੋਇਆ ਸੀ ਉਹਦੇ 974 ਅੰਕ ਨੇ, ਪਰ ਸ਼ਬਦ ਗੁਰੂ ਦਾ ਦਰਜਾ ਨਹੀਂ ਦਿੱਤਾ। 974 974
ਜਿਹਦੇ ਵਿੱਚ 30 ਰਾਗ ਨੇ ਤੇ ਜਿਹੜੀ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਰੂਪ ਲਿਖਵਾਇਆ ਉਹ ਆਦਿ ਗ੍ਰੰਥ ਸੀ। ਜਿਹੜਾ ਬਾਬਾ ਜੀ ਨੇ ਲਿਖਵਾਇਆ ਉਹਦੇ ਵਿੱਚ 31ਵਾਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈ ਜੈਵੰਤੀ ਰਾਗ ਨੂੰ ਐਡ ਕੀਤਾ। ਧਿਆਨ ਦੇਣਾ, ਮੈਂ ਇਸ ਗੱਲ ਨੂੰ ਤਾਂ ਖੁਲਾਸਾ ਕਰ ਰਿਹਾ ਹਾਂ ਕਿ ਭੁਲੇਖੇ 'ਚ ਨਾ ਰਹੀਏ ਕਿ ਜਿਹੜਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਹੋਇਆ ਉਹ ਸਾਡੇ ਗੁਰੂ ਦਾ ਦਰਜਾ ਨਹੀਂ ਉਹਨਾਂ ਨੂੰ ਦਿੱਤਾ ਹਾਲੇ। 5 ਜਾਮੇ ਮਹਾਰਾਜ ਉਸ ਦੇ ਗੁਰੂ ਦੇ ਵਿੱਚ ਉਸ ਦੇ ਵਿੱਚ ਬਿਤਾਨ ਤੋਂ ਬਾਅਦ ਫਿਰ ਇਸ ਨੂੰ ਸ਼ਬਦ ਗੁਰੂ ਦਾ ਦਰਜਾ ਦਿੱਤਾ। ਤੇ ਜਿਹੜੀ ਬੀੜ ਬਾਬਾ ਜੀ ਨੇ ਲਿਖਵਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, 31ਵਾਂ ਰਾਗ ਵੀ ਉਹਨਾਂ ਦਾ ਜੋੜਿਆ ਗਿਆ। ਹੁਣ ਮੈਂ ਕੱਲ ਪਰਸੋਂ ਸੋਚ ਰਿਹਾ ਸੀ ਮਹਾਰਾਜ 974 ਤੇ 1430 500 ਕੁਛ ਅੰਕ ਬੰਦੇ ਨੇ, ਸਾਰੀ ਬਾਣੀ ਥੋੜ੍ਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ। ਦਰਅਸਲ ਜਦੋਂ ਪ੍ਰਿੰਟ ਹੁੰਦੀ ਹੈ ਨਾ ਕੋਈ, ਹੁਣ ਜਿਹੜਾ ਪਹਿਲਾਂ ਆਦਿ ਗ੍ਰੰਥ ਸੀ ਨਾ ਉਹਦੀ ਲਿਖਤ ਵੱਡੇ ਕਾਗਜ਼ ਪੇਪਰ ਵਿੱਚ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਇਹਦਾ ਉਤਾਰਾ ਕਰਵਾਇਆ, ਬਾਣੀ ਤੇ ਥੋੜ੍ਹੀ ਜਿਹੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, 15 ਰਾਗ ਸਨ। ਚਲੋ ਥੋੜ੍ਹਾ ਜਿਹਾ ਇਹਦੇ ਉੱਤੇ ਵੀ ਨਜ਼ਰ ਮਾਰ ਲਈਏ। 6 ਗੁਰੂ ਸਾਹਿਬਾਨ, 15 ਭਗਤ ਤੇ 11 ਭੱਟ ਤੇ 4 ਗੁਰਸਿੱਖ, ਇਹਨਾਂ ਦੀ ਬਾਣੀ ਦਰਜ ਹੈ। ਗੁਰੂ ਨਾਨਕ ਪਾਤਸ਼ਾਹ ਨੇ 19 ਰਾਗਾਂ ਦੇ ਵਿੱਚ ਇਹ ਬਾਣੀ ਉਚਾਰੀ ਹੈ। ਧਿਆਨ ਦੇਣਾ, ਨੋਟ ਕਰ ਲਓ ਆਪ। ਸਮਾਂ ਆਇਆ ਗੁਰੂ ਅੰਗਦ ਦੇਵ ਮਹਾਰਾਜ ਦਾ, ਉਹਨਾਂ ਨੇ ਜੋ ਪਾਰਟੀਸਪੇਟ ਕੀਤਾ, ਜੋ ਆਪਣਾ ਸਹਿਯੋਗ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੇ 62 ਸ਼ਲੋਕ ਮਿਲਣਗੇ, 62। ਸਮਾਂ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਉਹਨਾਂ ਨੇ 17 ਰਾਗ, ਗੁਰੂ ਨਾਨਕ ਪਾਤਸ਼ਾਹ ਤੋਂ 2 ਰਾਗ ਘੱਟ, ਉਹਨਾਂ ਦੇ 19 ਰਾਗ ਸਨ, 2 ਰਾਗ। ਉਹ ਕਿਹੜੇ 2 ਰਾਗ ਘੱਟ ਸਨ 17 ਰਾਗਾਂ ਵਿੱਚ, 19 ਰਾਗਾਂ ਵਿੱਚ? ਉਹ ਸਨ ਤਿਲੰਗ ਰਾਗ ਤੇ ਤੁਖਾਰੀ ਰਾਗ। ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ 19 ਰਾਗ ਉਚਾਰੇ ਸਨ, ਗੁਰੂ ਅਮਰਦਾਸ ਸਾਹਿਬ ਨੇ 17 ਉਤਾਰੇ। ਜਿਹੜੇ 17 ਵਿੱਚੋਂ 2 ਨਹੀਂ ਕੀਤੇ 19 ਵਿੱਚੋਂ, ਉਹਦੇ ਵਿੱਚ ਇੱਕ ਤੁਖਾਰੀ ਰਾਗ, ਇੱਕ ਤਿਲੰਗ ਰਾਗ। ਕਈ ਭੈਣ ਵੀਰ ਇਹ ਵੀ ਪੁੱਛਦੇ ਨੇ, ਚਲੋ ਗੱਲ ਚੱਲਦੀ ਹੈ ਤੇ ਮੈਂ ਅੱਜ ਬਾਣੀ ਦੇ ਉੱਤੇ ਚੱਲ ਰਹੀ ਹੈ ਤੇ ਮੈਂ ਇਸ ਬਾਣੀ ਨੂੰ ਆਪ ਜੀ ਨੂੰ ਹੋਰ ਸਾਹਮਣੇ ਕਲੀਅਰ ਕਰਦਾ। ਜਿਨ੍ਹਾਂ ਨੂੰ ਪਤਾ ਹੈ ਮੁਬਾਰਕ ਹੈ, ਪਰ ਇਹਦੇ ਵਿੱਚ ਫਸਟ ਕਲਾਸ ਦੇ ਵੀ ਬੱਚੇ ਬੈਠੇ ਹੁੰਦੇ ਨੇ, ਸੈਕਿੰਡ ਦੇ ਵੀ ਤੇ MA ਦੇ ਵੀ, ਤੁਹਾਡੇ ਵਰਗੇ ਸਿਆਣੇ ਬੈਠੇ ਵੀ ਨੇ। ਇਹਦੇ ਵਿੱਚ ਆਉਂਦਾ ਹੈ ਕਿ ਜੈਸਰੀ ਮਹੱਲਾ 5ਵਾਂ ਘਰ 3। ਮੈਨੂੰ ਕਈ ਸਵਾਲ ਕਰਦੇ ਨੇ, ਵੀਰ ਜੀ ਇਹ ਮਹੱਲਾ ਦਾ ਕੀ ਮਤਲਬ ਹੈ? ਮਹੱਲਾ ਹੁੰਦਾ ਸਰੀਰ। ਬਈ ਇਹ ਸਰੀਰ ਕਿਹੜੇ ਹੈ? 5ਵਾਂ। ਅਸੀਂ ਕਦੀ 5 ਨਹੀਂ ਪੜ੍ਹਨਾ, ਸ਼ਲੋਕ ਮਹੱਲਾ 1 ਨਹੀਂ ਪੜ੍ਹਨਾ। ਸ਼ਲੋਕ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, 5ਵਾਂ ਤੇ 9ਵਾਂ। ਤੇ ਘਰ 7ਵਾਂ, ਘਰ ਪਹਿਲਾ, ਇਹਦਾ ਕੀ ਭਾਵ ਹੈ? ਇਹਦਾ ਭਾਵ ਹੈ ਇਹਦਾ ਸੰਬੰਧ ਸੰਗੀਤ ਦੇ ਨਾਲ ਹੈ। ਇਹ ਘਰ ਪਹਿਲੇ ਵਿੱਚ ਗਾਉਣਾ ਹੈ। ਜਿਹੜਾ ਜੋੜੀ ਵਾਲਾ ਹੁੰਦਾ ਹੈ ਉਹ ਪਿਆਰ ਵਿੱਚ ਕਹਿ ਦਿੰਦਾ ਹੈ ਰਾਗੀ ਸਿੰਘ ਕਿ ਇਹ ਤੀਜੇ ਘਰ ਦਾ ਮੈਂ ਸ਼ਬਦ ਪੜ੍ਹ ਰਿਹਾ। ਤੇ ਰਾਗੀ ਸਿੰਘ ਦੇ ਨਾਲ ਜਿਹੜਾ ਜੋੜੀ ਵਾਲਾ ਹੁੰਦਾ ਉਹ ਸਮਝ ਜਾਂਦਾ ਹੈ ਜਿਹੜੀ ਮੇਰੀ ਤਾਲ ਹੈ, ਇਹ ਸੁਰ ਤਾਲ ਦਾ ਮੇਲ ਤਾਂ ਹੀ ਹੁੰਦਾ ਹੈ ਜੋ ਕੀਰਤਨ ਵਿੱਚ ਆਨੰਦ ਆਉਂਦਾ ਹੈ ਨਾ। ਜਦੋਂ ਦਰਬਾਰ ਸਾਹਿਬ ਦੇ ਰਾਗੀ ਕੀਰਤਨ ਕਰਦੇ ਨੇ, ਉਹ ਘਰ ਜਿਸ ਘਰ ਵਿੱਚ ਗਾਉਂਦੇ ਨੇ ਉਸੇ ਘਰ ਦੇ ਵਿੱਚ ਉਹ ਤਾਲ ਵਜਾਉਂਦਾ ਹੈ। ਮੈਂ ਤਾਂ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਗੱਲ ਆ ਜਾਏ ਕਿ ਕੱਲ੍ਹ ਤੋਂ ਹੁਕਮਨਾਮਾ ਲਈਏ, ਕੋਈ ਤੁਹਾਡੇ ਕੋਲ ਪੁੱਛ ਲੈ ਘਰ 7ਵੇਂ ਦਾ ਕੀ ਭਾਵ ਹੈ, ਘਰ 6ਵੇਂ ਦਾ ਕੀ ਭਾਵ ਹੈ, ਘਰ 5ਵੇਂ ਦਾ ਕੀ ਭਾਵ ਹੈ। ਆਲਮੋਸਟ ਆਪ ਨੂੰ ਪਤਾ ਹੈ, ਪਰ ਫਿਰ ਵੀ ਕੋਈ ਨਿਊ ਕਮਰ, ਕੋਈ ਨਵਾਂ ਸਰੀਰ ਆਇਆ ਹੋਵੇ, ਉਹਦੇ ਗਿਆਨ ਵਾਸਤੇ, ਉਹਦੀ ਨੌਲੇਜ ਵਾਸਤੇ 17 ਰਾਗਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਉਚਾਰੀ ਹੈ। ਸਮਾਂ ਆਇਆ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਦਾ ਸੋਢੀ ਸੁਲਤਾਨ, ਬੈਠਾ ਸਤਿਗੁਰੂ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। 30 ਰਾਗਾਂ ਦੇ ਵਿੱਚ ਬਾਣੀ ਉਚਾਰੀ, 30 ਰਾਗੀ 30। ਮੈਂ ਗੁਰੂ ਰਾਮਦਾਸ ਜੀ ਦਾ ਜਦੋਂ ਇਤਿਹਾਸ ਪੜ੍ਹਨਾ, ਮੈਂ ਕਿਹਾ ਮਹਾਰਾਜ ਤੁਸੀਂ ਤਾਂ ਸਕੂਲ ਹੀ ਨਹੀਂ ਗਏ। 60 ਸਾਲ ਤੱਕ ਤੇ ਗੁਰੂ ਅਮਰਦਾਸ ਪਾਤਸ਼ਾਹ
ਕਰਮ ਕਾਂਡਾਂ ਵਿੱਚ ਹੀ ਪਏ ਰਹੇ। ਇੱਥੋਂ ਪਤਾ ਲੱਗਦਾ ਹੈ ਕਿ ਰੂਹਾਨੀਅਤ ਦਾ ਗਿਆਨ ਦੁਨਿਆਵੀ ਪੜ੍ਹਾਈ ਦੇ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਧਿਆਨ ਦੇਣਾ। ਤਾਂ ਹੀ ਮਹਾਰਾਜ ਨੇ ਕਿਹਾ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜ੍ਹੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਤੁਸੀਂ ਜਿੰਨਾ ਮਰਜ਼ੀ ਪੜ੍ਹੋ, ਮਹਾਰਾਜ ਨੇ ਮਨਾ ਨਹੀਂ ਕੀਤਾ, ਪਰ ਉਹ ਗਿਆਨ ਵੱਖਰਾ ਹੈ। ਜਿਹੜਾ ਗੁਰਮਤ ਦਾ ਗਿਆਨ ਹੈ ਉਹ ਵੱਖਰਾ ਹੈ। ਉਹਦੇ ਵਾਸਤੇ ਉਹ ਪੜ੍ਹਾਈ ਦੀ ਲੋੜ ਨਹੀਂ ਹੈ। ਕਈ ਵਾਰੀ ਇਤਨੇ ਮੂਰਖ ਬੰਦੇ ਵੀ ਪੜ੍ਹ ਕੇ, ਪੜ੍ਹਿਆ ਮੂਰਖ ਕਿਉਂ ਕਿਹਾ ਵੇ, ਪੜ੍ਹੇ ਹੋਏ ਡਾਕਟਰ ਜਦੋਂ ਰਿਸ਼ਵਤ ਮੰਗਦੇ ਨੇ ਨਾ, ਜਿਸ ਲੱਭ ਲੋਭ ਹੰਕਾਰਾ, ਤੇ ਮਹਾਰਾਜ ਕਹਿੰਦੇ ਨੇ ਸਮਝ ਲਓ ਸਭ ਤੋਂ ਵੱਡਾ ਮੂਰਖ ਹੈ। ਇਹ ਪੜ੍ਹਾਈ ਉਸ ਸਿਰੇ ਦੀ ਹੈ ਜਿਹਦਾ ਕੋਈ ਆਰੰਭਤਾ ਨਹੀਂ ਹੈ ਤੇ ਉਹਦਾ ਸੀਮਾ ਨਹੀਂ, ਕਿਤੇ ਖਤਮ ਹੁੰਦਾ ਹੈ। ਇਹ ਸਮੁੰਦਰ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਕਿਸੇ ਸਕੂਲ ਵਿੱਚ, ਕਿਸੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕਿਸੇ ਕੋਲੋਂ ਕੋਈ ਵਿੱਦਿਆ ਨਹੀਂ ਲਈ। ਸਿਰਫ ਗੁਰੂ ਦੀ ਸੰਗਤ ਕਰਕੇ, ਸਤ ਸੰਗਤ ਵਿੱਚ ਬੈਠ ਕੇ ਉਹ ਰੂਹਾਨੀਅਤ ਦਾ ਗਿਆਨ ਲਿਆ ਹੈ। 30 ਰਾਗ, ਇੱਕ ਰਾਗ, ਕੋਈ ਵਿਰਲਾ ਹੀ ਰਾਗੀ ਹੋਏਗਾ ਜਿਹਨੂੰ 30 ਰਾਗ ਆਉਂਦੇ ਹੋਣਗੇ ਗਾਣੇ। ਇਹ ਤੇ ਗਾਣ ਦੀ ਗੱਲ ਕਰ ਰਿਹਾ ਨਾ। ਉਹਦੀ ਨੌਲੇਜ ਰੱਖਣੀ, ਉਸ ਤੋਂ ਬਾਅਦ ਉਹਦੇ ਵਿੱਚ ਸ਼ਬਦ ਗਾਇਨ ਕਰਨੇ। ਇਹ ਹਿੱਸੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਆਏ ਨੇ। ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਆਇਆ ਜਿਹਨੂੰ ਬਾਣੀ, ਇਹ ਕਹਿੰਦੇ ਨਾ, ਦੋਹਤਾ ਬਾਣੀ ਕਾ ਬੋਹਤਾ। ਬਾਣੀ ਬੋਹਤਾ ਹੁੰਦਾ ਜਹਾਜ਼। ਜਿੰਨਾ ਨਾਨਾ ਜੀ ਨੇ ਛੋਟੇ ਹੁੰਦੇ ਹੀ ਕਹਿ ਦਿੱਤਾ ਸੀ ਕਿ ਇਹ ਤੇ ਬਾਣੀ ਦਾ ਜਹਾਜ਼ ਹੈ, ਜਿਹਨੂੰ ਅਸੀਂ ਕੱਚੇ ਤੌਰ ਤੇ ਕਹਿ ਵੀ ਦਿੰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਜਿਹਦੇ ਬਾਬਤ ਕਬੀਰ ਸਾਹਿਬ ਨੇ ਕਿਹਾ ਹੈ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਸ ਨਾਮ ਦੇ ਜਹਾਜ਼ੇ ਚੜਾ ਦਿੱਤਾ। ਤੇ ਉਹ ਜਹਾਜ਼, ਇਹ ਥਾਲ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ 30 ਰਾਗਾਂ ਵਿੱਚ ਬਾਣੀ ਉਹਨਾਂ ਨੇ ਵੀ ਉਚਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰੀ। ਇਹਦਾ ਸੁਮੇਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮੀ ਇੱਕ ਬੀੜ ਤਿਆਰ ਕੀਤੀ, ਜਿਹਨੂੰ ਗੁਰੂ ਦਾ ਦਰਜਾ ਦਿੱਤਾ। ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਹੋਣ, ਸੈਂਚੀਆਂ ਹੋਣ, ਤੁਸੀਂ ਧਿਆਨ ਦੇਣਾ ਫਰੰਟ ਪੇਜ ਤੇ ਕੀ ਲਿਖਿਆ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਬੀੜ ਦਮਦਮੀ ਬੀੜ ਦੇ ਨਾਲ ਜੋੜੀ ਗਈ ਹੈ। ਭਾਵ ਕਿ ਉਹ ਆਦਿ ਗ੍ਰੰਥ ਦੇ ਨਾਲ ਦਮਦਮੀ ਜਿਹੜੀ ਗੁਰਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਵਿੱਚ ਐਡ ਕੀਤੀ ਹੋਈ ਹੈ। ਇਹ ਫਰੰਟ ਪੇਜ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਜੋ ਤੁਸੀਂ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਟਾਰਟਿੰਗ ਤੋਂ ਓਪਨਿੰਗ ਜਿਹੜਾ ਸਫਾ ਹੈ, ਪੇਜ ਹੈ, ਅੰਗ ਹੈ, ਉਹਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ। ਤੋ ਅੱਜ ਦੇ ਦਿਨ ਹੁਣ ਇੱਕ ਸਵਾਲ ਖੜਾ ਆਉਂਦਾ ਹੈ। ਇਹ ਪਹਿਲਾ ਪ੍ਰਕਾਸ਼ ਸੀ, ਕਿਉਂਕਿ ਉਸ ਵੇਲੇ ਗੁਰੂ ਦਾ ਦਰਜਾ ਨਹੀਂ ਸੀ, ਤਾਂ ਹੀ ਅਸੀਂ ਪਹਿਲਾ ਪ੍ਰਕਾਸ਼ ਕਹੀਦਾ। ਕਿਉਂ ਲੋੜ ਪੈ ਗਈ ਜਦ ਗੁਰੂ ਮੌਜੂਦਾ ਗੁਰੂ ਸਨ, ਤੇ ਅੱਜ ਦੇ ਦਿਨ ਕਿਉਂ ਲੋੜ ਪੈ ਗਈ ਪ੍ਰਕਾਸ਼ ਕਰਨ ਦੀ? ਹਾਲਾਂਕਿ ਹਰਮੰਦਰ ਤਿਆਰ ਹੋਇਆ ਤਾਂ ਕਾਫੀ ਸਮਾਂ ਹੋ ਗਿਆ ਸੀ। ਇਹ ਤਾਂ ਲੋੜ ਪਈ ਕਿ ਸਮੇਂ ਦੇ ਜਿਹੜੇ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਵਾਨ ਜੀ, ਉਹ ਵੀ ਬਾਣੀ ਉਚਾਰਨ ਲੱਗ ਪਏ। ਪਰ ਬਾਣੀ ਉਚਾਰ ਰਹੇ ਸਨ, ਮਾੜੀ ਗੱਲ ਨਹੀਂ ਹੈ। ਬਾਣੀ ਉਚਾਰਦੇ ਉਚਾਰਦੇ ਉਹ ਨਾਨਕ ਅੱਖਰ ਦੀ ਵਰਤੋਂ ਕਰਨ ਲੱਗ ਪਏ, ਕਿਉਂਕਿ ਨਾਨਕ ਅੱਖਰ ਸਿਰਫ ਗੁਰੂ ਸਾਹਿਬਾਂ ਨੇ ਵਰਤਿਆ ਹੈ। ਇਹ ਕਵੀ ਦੀ ਛਾਪ, ਕਵੀ ਦੀ ਮੋਹਰ ਹੈ। ਕੋਈ ਵੀ ਤੁਸੀਂ ਕਵਿਤਾ ਪੜ੍ਹੋ ਨਾ, ਜਿਸ ਤਰ੍ਹਾਂ ਭੱਟ ਪੜ੍ਹਦੇ ਨੇ ਤੇ ਲਾਸਟ ਵਿੱਚ ਚੂਰ ਕਹਿੰਦੇ ਨੇ, ਜਿਸ ਤਰ੍ਹਾਂ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਏ। ਇੱਥੇ ਪਤਾ ਲੱਗ ਰਿਹਾ ਇਹ ਭੱਟ ਕੀਰਤ, ਭੱਟ ਇਸ ਸ਼ਬਦ ਨੂੰ ਉਚਾਰ ਰਹੇ ਨੇ, ਕਿਉਂਕਿ ਕੋਈ ਵੀ ਲਿਖਾਰੀ ਹੋਏਗਾ ਨਾ ਆਪਣਾ ਨਾਮ ਜ਼ਰੂਰ ਉਹਦੇ ਵਿੱਚ ਲਿਖੇਗਾ। ਜਿਸ ਤਰ੍ਹਾਂ ਅਸੀਂ ਪੜ੍ਹੀਦਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਅਰਨਾਕਸ਼ ਫਾਰੇ ਫੁਨਿਆਜ
फुल द्रौपदी लाज रखी हर प्रभ जी, छीनत वस्त्र दीन बो सादा, सुदामा अपदा दे राख्या, गनका पड़त पुड़े ते काज, श्री सतगुर सुप्रसन्न कालजुग होए, अब राखो दास भाट की लाज। ये भट्ट कवि गुरु रामदास पातशाह दी गुरुआं दी सिफत करते हुए ये शब्द उच्चारण कर रहे हैं। उस वेले मेहरबान अपनी बाणी उचार रहा सी, पर ਉਹਦੇ ਵਿੱਚ ਨਾਨਕ ਅੱਖਰ ਦੀ ਵਰਤੋਂ ਸੰਗਤਾਂ ਵਿੱਚ ਭੁਲੇਖਾ ਪਾਇਆ ਜਾ ਰਿਹਾ ਸੀ। ਤੇ ਬਾਬਾ ਬੁੱਢਾ ਜੀ ਹੋਰ ਵਿਦਵਾਨ ਸੱਜਣਾ ਨੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, हे ਸਤਿਗੁਰੂ, हे ਗੁਰੂ ਅਰਜਨ ਦੇਵ, हे ਧਰਤੀ ਦੇ ਮਾਲਕ, हे परमात्मा, ਜਿਹੜੀ ਬਾਣੀ ਤੁਸੀਂ ਉਚਾਰੀ ਹੈ ਗੁਰੂਆਂ ਨੇ, ਉਹਦੇ ਵਿੱਚ ਭੁਲੇਖੇ ਪਾਈ ਜਾ ਰਹੇ ਨੇ, ਸੰਗਤ ਤੇ ਭੋਲੀ ਹੈ, ਤੇ ਇਹਦਾ ਕੁਝ ਉਪਾਏ ਕਰੋ। ਸੰਗਤ ਨੂੰ ਭੁਲੇਖਾ ਪੈ ਜਾਏਗਾ ਕਿਹੜੀ ਬਾਣੀ ਸੱਚੀ ਹੈ ਤੇ ਕਿਹੜੀ ਬਾਣੀ ਕੱਚੀ ਹੈ। ਉਸ ਵੇਲੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਗੋਇੰਦਵਾਲ ਦੀ ਧਰਤੀ ਤੇ। ਜਾਓ ਬਾਬਾ ਬੁੱਢਾ ਜੀ, ਸਤਕਾਰ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਕੋਲ ਸਾਰੇ ਗੁਰੂਆਂ ਦੀ ਬਾਣੀ ਦੀਆਂ ਪੋਥੀਆਂ ਪਈਆਂ ਹੋਈਆਂ ਨੇ, ਤੁਸੀਂ ਜਾਓ ਸਤਕਾਰ ਨਾਲ ਲੈ ਕੇ ਆਓ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜਦ ਸਰੀਰ ਛੱਡਣ ਲੱਗੇ ਨਾ, ਗੁਰੂਆਂ ਦੀ ਜਿਤਨੀ ਵੀ ਬਾਣੀ ਸੀ, ਜੋ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ, ਉਹ ਸਾਰੀਆਂ ਮੋਹਨ ਜੀ ਨੂੰ ਦਿੱਤੀਆਂ। ਇੱਕ ਗੱਲ ਕਹੀ, ਇਹ ਬਾਣੀ ਦੀਆਂ ਪੋਥੀਆਂ ਸੰਭਾਲ ਕੇ ਰੱਖਣੀਆਂ ਨੇ, ਕਿਸੇ ਨੂੰ ਵੀ ਨਹੀਂ ਦੇਣੀਆਂ ਜਦ ਤੱਕ ਕੋਈ ਗੁਰੂ ਨਾਨਕ ਦੀ ਗੱਦੀ ਤੇ ਜਿਹੜਾ ਬਿਰਾਜਮਾਨ ਹੋਏਗਾ ਉਹ ਮੰਗੇ ਤੇ ਤੁਸੀਂ ਦੇ ਦੇਣਾ। ਤੇ ਉਸ ਵੇਲੇ ਸਾਧ ਸੰਗਤ ਕੀ ਹੋਇਆ, ਅੰਦਰ ਸਮਾਧੀ ਲਾ ਕੇ ਬੈਠੇ ਸਨ ਬਾਬਾ ਮੋਹਨ ਜੀ। ਗੋਇੰਦਵਾਲ ਦੀ ਧਰਤੀ ਤੇ ਬਾਬਾ ਬੁੱਢਾ ਜੀ ਗਏ, ਬੇਨਤੀ ਕੀਤੀ, ਪਰ ਇਨਕਾਰ ਕਰ ਦਿੱਤਾ। ਬਾਬਾ ਬੁੱਢਾ ਜੀ ਵਾਪਸ ਆ ਗਏ। ਗੁਰੂ ਅਰਜਨ ਦੇਵ ਮਹਾਰਾਜ ਆਪ ਅਰਦਾਸ ਕਰਕੇ, ਦੇਖੋ ਕਈ ਵੀ ਕੋਈ ਕਾਰਜ ਜਾਣਾ ਹੋਵੇ, ਸਾਨੂੰ ਗੁਰੂ ਨੇ ਟਿਪਸ ਦਿੱਤੇ ਨੇ, ਘਰੋਂ ਅਰਦਾਸ ਕਰਕੇ ਨਿਕਲੋ, ਭਾਵੇਂ ਛੋਟਾ ਵੀ ਕਾਰਜ, ਕੋਈ ਵੀ ਜਾ ਰਹੇ ਘਰੋਂ ਨਿਕਲਣਾ, ਛੋਟੀ ਅਰਦਾਸ। ਮੈਂ ਹੋਰ ਮੈਨੂੰ ਕਹਿੰਦੇ ਵੀਰ ਜੀ, ਕਹਿੰਦੇ ਛੋਟੀ ਅਰਦਾਸ ਕੀ ਹੁੰਦੀ ਹੈ? ਤੇ ਮੈਂ ਕਹਿ ਦੇਣਾ ਗੁਰੂ ਨਾਨਕ ਪਾਤਸ਼ਾਹ, ਗੋਬਿੰਦ ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਂ ਇੰਨਾ ਹੀ ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਹਾਡੀ ਬਖਸ਼ਿਸ਼ ਦੇ ਸਦਕੇ ਤੁਹਾਡਾ ਬਣਾਇਆ ਸਰੀਰ ਬਾਹਰ ਕਾਰਜ ਵਾਸਤੇ ਜਾ ਰਿਹਾ, ਅੰਗ ਸੰਗ ਹੋਣਾ, ਬਸ ਇਹ ਅਰਦਾਸ ਕਰਨੀ ਹੈ। ਮਹਾਰਾਜ ਅਰਦਾਸ ਕਰਕੇ ਜਦੋਂ ਨੰਗੇ ਪੈਰੀ ਅੰਮ੍ਰਿਤਸਰ ਦੀ ਧਰਤੀ ਤੋਂ ਪਹੁੰਚੇ ਗੋਇੰਦਵਾਲ ਦੀ ਧਰਤੀ ਤੇ, ਅੰਦਰ ਸਮਾਧੀ ਲਾ ਕੇ ਬੈਠੇ ਸਨ, ਤੋੜੀ ਨਹੀਂ ਉਹਨਾਂ ਦੀ ਸਮਾਧੀ। ਮਹਾਰਾਜ ਉਹਨਾਂ ਦੇ ਚੁਬਾਰੇ ਤੇ ਬਾਹਰ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਣ ਲੱਗੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਜਦ ਇਹ ਬਚਨ ਬੋਲੇ, ਸਮਾਧੀ ਵਿੱਚੋਂ ਬਾਹਰ ਆਏ, ਵੇਖਿਆ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ, ਤੇ ਨਿਮਰਤਾ ਸਹਿਤ ਕਹਿੰਦੇ ਨੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਜੋ ਸਾਡੇ ਵੱਡੇ ਸਤਿਗੁਰਾਂ ਦਾ ਬਾਣੀ ਦਾ ਖਜ਼ਾਨਾ ਤੁਹਾਡੇ ਕੋਲ ਹੈ, ਸਾਡੀ ਝੋਲੀ ਵਿੱਚ ਪਾ ਦਿਓ। ਉਹ ਨਿਮਰਤਾ ਦੇ ਵਰਡ ਸੁਣ ਕੇ ਨਾ ਮੋਹਨ ਜੀ ਕਹਿੰਦੇ ਨੇ, ਇਹ ਤੁਹਾਡੀ ਨਿਮਰਤਾ ਹੀ ਤੁਸੀਂ ਗੁਰੂ ਘਰ ਦੇ ਗੁਰੂ ਬਣੇ ਹੋ। ਅੱਜ ਸਾਡੀ ਨਿਮਰਤਾ ਕਿੱਥੇ ਗਈਆਂ ਨੇ? ਨਹੀਂ, ਦੂਰ ਚਲੀ ਗਈਆਂ ਨੇ। ਚਲੋ ਇਹ ਅਲੱਗ ਵਿਸ਼ਾ ਹੈ। ਉਸ ਵੇਲੇ ਫਿਰ ਇੱਕ ਪਾਲਕੀ ਤਿਆਰ ਕੀਤੀ ਗਈ, ਉਸ ਪੋਥੀਆਂ ਨੂੰ ਉਹਦੇ ਵਿੱਚ ਸੰਸ਼ੋਭਿਤ ਕੀਤਾ ਗਿਆ, ਬਿਰਾਜਮਾਨ ਕੀਤਾ ਗਿਆ। ਕਦੀ ਵੀ ਨਾ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਸੁਆ ਕੇ ਆਇਆ, ਨਹੀਂ, ਬਿਰਾਜਮਾਨ ਕਰਕੇ ਆਇਆ। ਇਹ ਸਾਡੇ ਨਾ ਗੁਰਮਤਿ ਦੇ ਕੁਝ ਅੱਖਰ ਨੇ ਜੋ ਅਸੀਂ ਵਰਤੋਂ ਕਰਨੇ ਹੁੰਦੇ ਨੇ। ਗੁਰੂ ਕਦੀ ਸੌਂਦਾ ਨਹੀਂ ਜੇ ਗੁਰੂ ਸੋ ਗਿਆ ਤੇ ਸੰਸਾਰ ਹੀ ਸੋ ਗਿਆ, ਸਮਝੋ ਪਰਲੋ ਹੀ ਆ ਜਾਣੀ ਹੈ। ਗੁਰੂ ਤੇ ਹਮੇਸ਼ਾ ਬਿਰਾਜਮਾਨ ਹੁੰਦੇ ਨੇ। ਉਸ ਵੇਲੇ ਸਾਧ ਸੰਗਤ ਉਹ ਕੀਰਤਨ ਕਰਦੇ ਹੋਏ ਨੰਗੇ ਪੈਰੀ ਗੁਰੂ ਸਾਹਿਬ ਆਪ ਚੋਵਰ ਕਰਕੇ ਪੋਥੀ ਦਾ ਸਨਮਾਨ ਕਰਦੇ ਹੋਏ ਕੀਰਤਨ ਕਰਦੇ ਸੰਗਤਾਂ ਦੇ ਨਾਲ ਗੋਇੰਦਵਾਲ ਤੋਂ ਚੱਲ ਕੇ ਧਰਤੀ ਅੰਮ੍ਰਿਤਸਰ ਤੇ ਪਹੁੰਚੇ। ਰਾਮਸਰ ਦੀ ਧਰਤੀ ਤੇ ਪਹੁੰਚੇ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ
ਉਹ ਬਾਣੀ ਸੁਮਣੀ ਸਾਹਿਬ ਉਚਾਰ ਚੁੱਕੀ ਸੀ। ਜਿੱਥੇ ਰਾਮਸਰ ਵੀ ਹੈ, ਸਰੋਵਰ ਵੀ ਹੈ, ਜਿੱਥੇ ਅੱਜ ਕੱਲ੍ਹ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਭਵਨ ਵੀ ਬਣਾਇਆ ਹੋਇਆ ਹੈ, ਅਤੇ ਛੋਟਾ ਜਿਹਾ ਗੁਰਦੁਆਰਾ ਵੀ ਹੈ ਰਾਮਸਰ। ਜਾ ਕੇ ਜ਼ਰੂਰ ਦਰਸ਼ਨ ਕਰਿਆ ਕਰੋ, ਜਿੱਥੇ ਸ਼ਹੀਦਾਂ ਦਾ ਬਾਬਾ ਸ਼ਹੀਦਗੰਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। 1601 ਵਿੱਚ ਮਹਾਰਾਜ ਉਸ ਪੋਥੀਆਂ ਲੈ ਕੇ ਆਏ। 3 ਸਾਲ ਭਾਈ ਗੁਰਦਾਸ ਜੀ ਪਾਸੋਂ ਇਹ ਸਾਰੀ ਬਾਣੀ ਨੂੰ ਤਰਤੀਬ ਦੇ ਨਾਲ, ਧਿਆਨ ਦੇਣਾ, ਬਾਣੀ ਨੂੰ ਤਰਤੀਬ ਦੇ ਨਾਲ, ਹਰ ਰਾਗ ਦੀ ਬਾਣੀ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਫਿਰ ਗੁਰੂ ਅੰਗਦ ਦੇਵ ਜੀ ਦੀ, ਫਿਰ ਜੇ ਸ਼ਬਦ ਜੇ ਉਚਾਰੇ ਨੇ ਤੇ 5 ਗੁਰੂ ਸਾਹਿਬਾਂ ਨੇ ਆਪਣੀਆਂ ਬਾਣੀ ਜੋੜ ਕੇ, ਫਿਰ ਉਸ ਤੋਂ ਬਾਅਦ ਭਗਤ ਦੀ, ਜੇ ਭਗਤ ਜੀ ਨੇ ਕੋਈ ਰਾਗ ਉਚਾਰਿਆ ਹੈ ਤੇ ਕਬੀਰ ਜੀ ਨੂੰ ਸਭ ਤੋਂ ਉੱਤੇ ਸ਼੍ਰੋਮਣੀ ਭਗਤ, ਜਿਹੜੇ ਭਗਤਾਂ ਨੇ ਉਹ ਰਾਗਾਂ 'ਚ, ਜੇ ਉਸ ਆਸਾ ਦੀ ਰਾਗ ਦੀ ਗੱਲ ਚੱਲ ਰਹੀ ਹੈ, ਜੇ ਆਸਾ ਰਾਗ ਉਚਾਰਿਆ ਹੈ ਤਾਂ ਉਸੇ ਤਰਤੀਬ ਦੇ ਵਿੱਚ ਇਹ ਬਾਣੀ ਨੂੰ ਉਚਾਰਿਆ ਗਿਆ। ਸਫਾ ਪੇਜ ਵੱਡੇ ਸਨ, 974 ਅੰਕ ਤਿਆਰ ਕਰਕੇ ਮਹਾਰਾਜ ਨੇ, ਸੰਗਤਾਂ ਨੇ ਪੁੱਛਿਆ ਇਹ ਗ੍ਰੰਥ ਤੇ ਤਿਆਰ ਕਰ ਦਿੱਤਾ ਹੈ, ਪਰ ਇਹਨੂੰ ਹੁਣ ਬਿਰਾਜਮਾਨ ਕਿੱਥੇ ਕਰਾਉਣਾ ਹੈ, ਇਹ ਵਿਸ਼ਾ ਹੈ। ਉਸ ਵੇਲੇ ਫਿਰ ਗੁਰੂ ਸਾਹਿਬ ਨੇ ਕਿਹਾ ਇਹਦਾ ਸਥਾਨ ਤੇ ਅਸੀਂ ਪਹਿਲਾਂ ਹੀ ਚੁਣਿਆ ਹੋਇਆ ਹੈ। ਦੇਖੋ, ਹਰਿਮੰਦਰ ਸਾਹਿਬ ਬਣਿਆ ਸਮਾਂ ਹੋ ਗਿਆ ਸੀ, ਪਰ ਉੱਥੇ ਮਹਾਰਾਜ ਨੇ ਕਦੀ ਆਪਣਾ ਆਸਣ ਨਹੀਂ ਲਾਇਆ। ਸਿਰਫ ਗੁਰੂ ਗ੍ਰੰਥ ਸਾਹਿਬ ਵਾਸਤੇ ਉਹ ਆਸਣ ਤਿਆਰ ਕੀਤਾ ਸੀ। ਬਾਬਾ ਬੁੱਢਾ ਜੀ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਮਹਾਰਾਜ ਨੇ ਉਹ ਸਰੂਪ ਬਾਬਾ ਬੁੱਢਾ ਜੀ ਤੇ ਸਿਰ ਤੇ ਰੱਖ ਕੇ ਆਪ ਨੰਗੀ ਪੈਰੀ ਚੌਰ ਸਾਹਿਬ ਦੀ ਸੇਵਾ ਕਰਦੇ, ਅੱਗੇ ਜਲ ਛਿੜਕਦੇ ਹੋਏ। ਦੇਖੋ, ਇਹ ਵੀ ਗੱਲ ਮੈਂ ਹੋਰ ਕਲੀਅਰ ਕਰਦਾ, ਜਿੱਥੇ ਪੱਕੇ ਸਥਾਨ ਨੇ ਨਾ, ਉੱਥੇ ਜਲ ਦਾ ਛਿੜਕਾਵ ਨਹੀਂ ਹੁੰਦਾ। ਜਾਂ ਗੁਰਦੁਆਰੇ ਦੇ ਵਿੱਚੋਂ ਮੈਟ ਵਿਛੇ ਹੋਏ ਨੇ, ਅਸੀਂ ਬਾਬਾ ਜੀ ਜਦੋਂ ਲੈ ਕੇ ਜਾਂਦੇ ਹਾਂ ਕਿਸੇ ਦੇ ਘਰ ਜਾਂ ਲਿਆਉਂਦੇ ਹਾਂ, ਉੱਥੇ ਛਿੜਕਾਵ ਨਾ ਕਰਿਆ ਕਰੋ। ਇਹ ਉਸ ਵੇਲੇ ਕੱਚੇ ਸਥਾਨ ਹੁੰਦਾ ਸੀ, ਕੱਚੀਆਂ ਰੋਡਾਂ ਹੁੰਦੀਆਂ ਸੀ, ਤਦ ਇਹ ਜਲ ਦੀ ਸੇਵਾ ਹੁੰਦੀ ਸੀ। ਜਿੱਥੇ ਜਿੱਥੇ ਪੱਕੇ ਸਥਾਨ ਜਾਓ ਤੁਸੀਂ, ਕੋਈ ਛਿੜਕਾਵ ਦੀ ਲੋੜ ਨਹੀਂ। ਇਸ ਭਰਮ ਦੇ ਵਿੱਚ ਨਾ ਰਹਿਣਾ। ਇਹ ਮੈਂ ਤਾਂ ਗੱਲ ਵਿੱਚ ਕਰ ਦਿੰਦਾ ਵਾਂ, ਸਾਡੇ ਨਾ ਸਮਝੀ ਕਰਕੇ ਅਸੀਂ ਗੁਰਦੁਆਰੇ 'ਚ ਹੀ ਗਿੱਲਾ ਕਰਕੇ ਸਾਰੇ ਮੈਟ ਚਲੇ ਜਾਂਦੇ ਹਾਂ। ਚਲੋ, ਇਹ ਅਲੱਗ ਵਿਸ਼ਾ ਹੈ। ਮਹਾਰਾਜ ਨੇ ਫਿਰ ਉਸ ਸਥਾਨ 'ਤੇ, ਹਰਿਮੰਦਰ ਸਾਹਿਬ 'ਤੇ ਅੱਜ ਦੇ ਦਿਨ ਜਦ ਬਿਰਾਜਮਾਨ ਕਰਾਏ ਪੀੜਾ ਸਾਹਿਬ 'ਤੇ ਫਿਰ ਮਹਾਰਾਜ ਨੇ ਬੈਠੇ ਹੋਏ, ਬੜੇ ਸ਼ਰੀਰ ਸਨ ਭਾਈ ਗੁਰਦਾਸ ਜੀ, ਔਰ ਬੜੇ ਬੜੇ ਗਿਆਨੀ ਧਿਆਨੀ ਸੰਗਤ ਬੈਠੀ ਸੀ, ਅਤੇ ਮਹਾਰਾਜ ਨੇ ਇਸ਼ਾਰਾ ਕੀਤਾ ਬਾਬਾ ਬੁੱਢਾ ਜੀ ਵੱਲ, ਜਾਓ ਬਾਬਾ ਬੁੱਢਾ ਜੀ ਜਾਓ, ਅੱਜ ਇਹ ਸੇਵਾ ਤੁਸੀਂ ਨਿਭਾਉਣੀ ਹੈ। ਅੱਗੋਂ ਨਿਮਾਣਾਪਨ ਦੇਖੋ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ, ਅਰੇ ਮੈਂ 98 ਸਾਲ ਦਾ ਹੋਇਆ ਪਿਆ, ਉਹਨੂੰ ਲੱਭੋ ਜਿਹੜੇ 40-45 ਛੋਟੀ ਉਮਰ ਦੇ ਨੇ, ਮੈਂ ਬਿਰਧ ਹੈਗਾ ਵਾਂ। ਬਾਬਾ ਜੀ ਕਹਿੰਦੇ ਤੁਸੀਂ ਬਿਰਧ ਨਹੀਂ ਹੋ, ਤੁਹਾਡੇ ਤੋਂ ਕਾਬਲੀਅਤ ਇੱਥੇ ਕੋਈ ਸਰੀਰ ਨਹੀਂ ਹੈ। ਤੁਸੀਂ ਗੁਰੂ ਨਾਨਕ ਦੇ ਘਰ ਦੀ ਦੇਖੋ, ਉਹਨਾਂ ਨੇ 112 ਸਾਲ 13 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਅਤੇ ਅਖੀਰਲਾ ਸਮਾਂ ਆਇਆ ਅਤੇ ਕਹਿੰਦੇ ਨੇ ਮੈਨੂੰ ਹਰਗੋਬਿੰਦ ਪਾਤਸ਼ਾਹ ਨੂੰ ਬੁਲਾਇਆ, ਕਹਿਣ ਲੱਗੇ ਮੈਨੂੰ ਸਿੱਖ ਮੈਂ ਬਣਨਾ ਚਾਹੁੰਦਾ। ਸਾਡੇ ਵਰਗਾ ਹੋਏ 10 ਦਿਨ ਮਹੀਨਾ ਗੁਰਦੁਆਰੇ ਚਲੇ ਜਾਈਏ ਅਤੇ ਅਸੀਂ ਕੀ ਕਹਿੰਦੇ ਹਾਂ, ਸਾਡੇ ਵਰਗਾ ਸਿੱਖ ਹੀ ਕੋਈ ਨਹੀਂ। ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਹੈਡ ਗ੍ਰੰਥੀ ਥਾਪੇ ਗਏ। ਮੈਂ ਦੁਨੀਆ ਦੇ ਪ੍ਰਬੰਧਕਾਂ ਨੂੰ ਵੀ ਕਹਾਂਗਾ, ਹੈਡ ਗ੍ਰੰਥੀ ਸਾਹਿਬ ਦਾ ਸਤਿਕਾਰ ਕਰਿਆ ਕਰੋ। ਉਹਨਾਂ ਨੂੰ ਨਾਮ ਤੋਂ ਉੱਤੇ ਜਾਂ ਉਹਨਾਂ ਦੇ ਪਿਛਲਾ ਬੈਕਗਰਾਊਂਡ ਵੇਖ ਕੇ ਨਾ ਸੁਣਿਆ ਕਰੋ। ਪ੍ਰਬੰਧਕ ਅਸੀਂ ਜ਼ਰੂਰ ਬਣ ਜਾਂਦੇ ਹਾਂ, ਸਤਿਕਾਰ ਕਰਿਆ ਕਰੋ। ਉਹਨਾਂ ਦੇ ਵਿੱਚ ਬਾਬਾ ਬੁੱਢਾ ਜੀ ਦੇਖਿਆ ਕਰੋ। ਜੇ ਤੁਸੀਂ ਉਹਨਾਂ ਨੂੰ ਦੁਤਕਾਰੋਗੇ ਨਾ, ਤੇ ਬਾਬਾ ਬੁੱਢਾ ਜੀ ਦੇ ਸਮਝ ਲਓ ਤੁਸੀਂ ਉਹਨਾਂ ਦਾ ਨਿਰਾਦਰ ਕਰ ਰਹੇ ਹੋ। ਇਹ ਸੋਚ ਹੈ। ਅਤੇ ਉਸ ਵੇਲੇ ਫਿਰ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਜੀ ਖੋਲੋ ਗ੍ਰੰਥ, ਲਹੋ ਆਵਾਜ਼। ਤੇ ਬਾਬਾ ਬੁੱਢਾ ਜੀ ਨੇ ਬੜੇ ਸਤਿਕਾਰ ਸਹਿਤ ਗ੍ਰੰਥ ਨੂੰ ਖੋਲ੍ਹਿਆ।
ਤੇ ਉਸ ਵੇਲੇ ਰਾਗ ਸੂਈ ਮਹੱਲਾ ਪੰਜਵਾਂ, ਸੂਈ ਮਹੱਲਾ ਪੰਜਵਾਂ ਆਇਆ, ਰਾਗ ਸੂਈ ਸੀ। ਪਹਿਲਾ ਹੁਕਮਨਾਮਾ ਜਿਹੜਾ ਆਇਆ ਆਦਿ ਗ੍ਰੰਥ ਦਾ, ਜਿਹਨੂੰ ਪਹਿਲਾ ਪ੍ਰਕਾਸ਼ ਕਹਿੰਦੇ ਹੋ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮਹਾਰਾਜ ਨੇ ਇੱਕ ਇੰਡੀਕੇਸ਼ਨ ਦੇ ਦਿੱਤੀ ਕਿ ਜਿਹੜਾ ਵੀ ਰੱਬ ਦਾ ਭਗਤ ਬਣ ਜਾਏਗਾ ਨਾ, ਰੱਬ ਦਾ ਸੰਤ ਬਣ ਜਾਏਗਾ, ਰੱਬ ਦਾ ਅਨੁਯਾਈ ਬਣ ਜਾਏਗਾ, ਰੱਬ ਦਾ ਸੇਵਕ ਬਣ ਜਾਏਗਾ, ਰੱਬ ਦਾ ਗੋਲਾ ਬਣ ਜਾਏਗਾ ਨਾ, ਉਹਦੇ ਕਾਰਜ, ਜਦੋਂ ਮੈਂ ਅਕਸਰ ਬੇਨਤੀ ਕਰਨਾ, ਵਿਆਹ ਭਗਤਾਂ ਦੇ ਘਰ ਵੀ ਬੱਚਿਆਂ ਦੇ ਹੁੰਦੇ ਨੇ, ਵਿਆਹ ਦੁਨਿਆਵੀ ਬੰਦਿਆਂ ਦੇ ਵੀ ਘਰ ਹੁੰਦੇ ਨੇ, ਪਰ ਰੱਬ ਕਹਿੰਦਾ ਹੈ, ਸਾਰੇ ਅਰਦਾਸਾਂ ਕਰਦੇ ਨੇ, ਨਾਸਤਿਕ ਵੀ ਕਰਦਾ ਮੇਰੀ ਧੀ ਦਾ ਵਿਆਹ ਹੈ, ਤੇ ਇੱਕ ਨਾਮ ਜਪਣ ਵਾਲਾ ਵੀ ਕਰਦਾ ਹੈ, ਪਰ ਰੱਬ ਕਹਿੰਦਾ ਹੈ ਜਦੋਂ ਤੇ ਕਿਸੇ ਨਾਸਤਿਕ ਦਾ ਇਹ ਵਜੀ ਅਰਦਾਸ ਆਉਂਦੀ ਹੈ, ਮੈਂ ਕਿਸੇ ਦੀ ਡਿਊਟੀ ਲਾ ਦੇਣਾ, ਜਾ ਭਾਈ ਇਹਦੇ ਕਾਰਜ ਕਰ, ਇਹਦੀ ਧੀ ਦਾ ਕਾਰਜ ਹੈ, ਕਿਉਂਕਿ ਸਤਿਗੁਰ ਪੂਰਾ ਨਿਰਵੈਰ ਹੈ। ਤੇ ਜਦੋਂ ਭਗਤ ਦੇ ਘਰ ਕੋਈ ਕਿਸੇ ਬੱਚੀ ਦੀ ਸ਼ਾਦੀ ਹੁੰਦੀ ਹੈ ਨਾ, ਕੋਈ ਕਾਰਜ ਹੁੰਦਾ ਹੈ, ਉਸ ਵੇਲੇ ਮੈਂ ਕਿਸੇ ਦੀ ਡਿਊਟੀ ਨਹੀਂ ਲਾਉਂਦਾ, ਉੱਥੇ ਮੈਨੂੰ ਆਪ ਜਾਣਨਾ ਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਕਹਿੰਦੇ, ਰੱਬ ਕਹਿੰਦਾ ਮੈਂ ਕਿਸੇ ਹੋਰ ਨੂੰ ਕਹਿ ਦਿੱਤਾ ਨਾ, ਡਿਊਟੀ ਲਾ ਦਿੱਤੀ, ਤੇ ਕਿੱਥੇ ਉਹ ਲੈ ਗਿਆ ਨਹੀਂ ਕਰ ਗਿਆ, ਉਸ ਮੇਰੇ ਭਗਤ ਦਾ ਕਾਰਜ ਨਾ ਰੁਕ ਜਾਏ। ਇਸ ਕਰਕੇ ਮੈਂ ਸਾਰੇ ਕਾਰਜ ਛੱਡ ਕੇ, ਮੈਂ ਆਪਣੇ ਸਾਰੇ ਰਜੇਵੇਂ ਛੱਡ ਕੇ, ਮੈਂ ਉਸ ਸੰਤਾਂ ਦੇ ਕਾਰਜ ਵਾਸਤੇ ਆਪ ਚਲਾ ਜਾਂਦਾ। ਰੋਜ਼ ਪੜ੍ਹਦੇ ਹੋ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਰੱਬ ਦਾ ਪਿਆਰਾ, ਉਹਦੇ ਨਾਮ ਜਪਣ ਦਾ ਪਿਆਰਾ ਨੂੰ ਕੋਈ ਦੁੱਖ ਦਿੰਦਾ ਹੈ ਨਾ, ਹੋਰ ਕਿਸੇ ਨੂੰ ਦੁੱਖ ਹੋਵੇ ਨਾ ਹੋਵੇ, ਸਭ ਤੋਂ ਜ਼ਿਆਦਾ ਦੁੱਖ ਰੱਬ ਨੂੰ ਹੁੰਦਾ ਹੈ। ਸੰਤਨ, ਮੈਂ ਨਹੀਂ ਕਹਿ ਰਿਹਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਪੜ੍ਹਿਆ ਨਾ ਸੋਦਰ, ਸੰਤਨ ਦੁੱਖ ਪਾਏ ਤੇ ਦੁਖੀ, ਤੇ ਅੱਗੋਂ ਮਾਰੇ ਕਹਿੰਦੇ ਨੇ ਸੁਖ ਪਾਏ ਸਾਧਨ ਕੇ ਸੁਖੀ। ਤੇ ਜਦੋਂ ਰੱਬ ਦਾ ਪਿਆਰਾ ਸੁਖੀ ਹੁੰਦਾ ਹੈ ਨਾ, ਖੁਸ਼ ਹੁੰਦਾ ਹੈ, ਸ਼ਾਇਦ ਰਿਸ਼ਤੇਦਾਰ ਭੈਣ ਭਰਾ ਨਾ ਖੁਸ਼ ਹੋਣ, ਪਰ ਇੱਕ ਗੱਲ ਯਾਦ ਰੱਖਣਾ, ਰੱਬ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਤੋ ਅੱਜ ਦੇ ਦਿਨ ਉਹ ਹੁਕਮਨਾਮਾ ਲਿਆ ਤੇ ਪਹਿਲਾ ਪ੍ਰਕਾਸ਼ ਹੋਇਆ, ਤੇ ਇਸ ਸਾਧ ਸੰਗਤ, ਇਸ ਗ੍ਰੰਥ ਨੂੰ ਉਹ ਸੱਚ ਦਾ ਦਰਜਾ ਮਿਲਿਆ। ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ ਤੁਸੀਂ ਪੜ੍ਹਦੇ ਹੋ ਨਾ, ਇੱਕ ਗੱਲ ਯਾਦ ਰੱਖਣਾ, ਅਰੰਭਤਾ ਦਾ ਸ਼ਲੋਕ ਪੜ੍ਹੋ। ਪਹਿਲਾਂ ਤੇ ਮੰਗਲਾਚਰਨ ਹੈ ਨਾ ਜਿਹੜਾ ਅਸੀਂ ਪੜ੍ਹਨੇ ਆ, ਇੱਕ ਓੰਕਾਰ ਤੋਂ ਗੁਰ ਪ੍ਰਸਾਦ, ਇਹ ਮੰਗਲਾਚਰਨ ਹੈ। ਫਿਰ ਸ਼ਲੋਕ ਆਉਂਦਾ ਹੈ ਜਿਹਨੂੰ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਸੱਚ ਹੈ। ਇਸ ਪੜ੍ਹਾਈ ਨੂੰ ਮੈਂ 5 ਮਿੰਟ 10 ਮਿੰਟ ਲਗਾ ਕੇ, ਵਿਸ਼ਾ ਤਾਂ ਬਹੁਤ ਵੱਡਾ ਹੈ, ਮੈਂ ਉੱਧਰ ਨਹੀਂ ਜਾਵਾਂਗਾ, ਮੈਂ ਸਮਝਣਾ ਇਸ ਟੌਪਿਕ 'ਤੇ ਮੈਂ ਕਰਕੇ ਫਿਰ ਸਮਾਪਤੀ ਕਰਨੇ ਆ। ਆਦ ਸੱਚ ਜੁਗਾਦ ਸੱਚ, ਉਹ ਪਰਮਾਤਮਾ ਆਦ ਤੋਂ ਸੱਚ ਹੈ। ਸਿੰਪਲ ਲੈਂਗੁਏਜ, ਸੱਚ ਹੁੰਦਾ ਹੈ ਸੱਤੇ ਕਹਿ ਲਓ, ਸਦਾ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਉਹ ਆਦ ਤੋਂ ਸੱਚ ਹੈ, ਜੁਗਾਂ ਤੋਂ ਸੱਚ ਹੈ ਭੀ ਸੱਚ, ਹੁਣ ਵੀ ਸੱਚ ਹੈ, ਦੁਨੀਆ ਨਹੀਂ ਵੀ ਹੋਏਗੀ ਨਾ, ਅਗਾਂਹ ਸੱਚ ਹੀ ਰਹੇਗਾ। ਇੱਕ ਅੰਗਰੇਜ਼ ਰਾਈਟਰ ਨੇ ਕਿਹਾ, ਕਹਿੰਦੇ ਨੇ ਉਹਨੇ ਬੜੀ ਅੱਛੀ ਗੱਲ ਕਹੀ, ਕਹਿੰਦਾ ਦੁਨੀਆ ਰਵੇ ਨਾ ਰਵੇ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਕਦੀ ਨਹੀਂ ਮੁੱਕ ਸਕਦੀ। ਦੇਖੋ, ਇੱਕ ਜਦੋਂ ਮੈਂ ਤਾਰੀਫ ਕਰਾਂਗਾ ਨਾ ਗੁਰੂ ਗ੍ਰੰਥ ਸਾਹਿਬ ਦੀ, ਤੇ ਉਹ ਤੇ ਕਹਿਣਗੇ ਵੀ ਇਹ ਤੇ ਸਿੱਖ ਹੈ, ਇਹ ਤੇ ਗੁਰੂ ਦਾ ਸਿੱਖ ਹੈ, ਤੇ ਇਹਨੇ ਤੇ ਗੁਰੂ ਦੀ ਗੱਲ ਕਰਨੀ ਹੈ। ਪਰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਬਾਹਰ ਦਾ ਕੋਈ ਆਥਰ ਰਾਈਟਰ ਸਾਡੇ ਧਰਮ ਦੀ, ਦੂਜੇ ਧਰਮ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਦੀ ਤਾਰੀਫ ਕਰਦਾ ਹੈ। ਉਹ ਕਹਿੰਦਾ ਹੈ ਦੁਨੀਆ ਰਵੇ ਨਾ ਰਵੇ, ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਨਾ, ਉਹ ਕਦੀ ਖਤਮ ਨਹੀਂ ਹੋ ਸਕਦੀ, ਕਿਉਂਕਿ ਸੱਚ ਦੀ ਗੱਲ ਹੈ। ਹੁਣ ਸਾਰੇ ਸੋਚੋ, ਸੱਚ ਕਿਹਨੂੰ ਚੰਗਾ ਨਹੀਂ ਲੱਗਦਾ? ਤੁਹਾਨੂੰ ਪਤਾ ਹੋਏਗਾ ਸੱਚ ਕਿਹਨੂੰ ਚੰਗਾ ਨਹੀਂ ਲੱਗੇਗਾ। ਸੱਚ ਪਤਾ ਕਿਹਨੂੰ ਚੰਗਾ ਨਹੀਂ ਲੱਗੇਗਾ? ਜਿਹੜਾ ਝੂਠਾ ਹੋਏਗਾ।
ਝੂਠ ਨੂੰ ਸੱਚ ਨਹੀਂ ਚੰਗਾ ਲੱਗੇਗਾ। ਇਸ ਤਰ੍ਹਾਂ ਹੋਰ ਸੌਖਾ ਲੈ ਲਓ, ਰੋਸ਼ਨੀ ਕਿਹਨੂੰ ਚੰਗੀ ਨਹੀਂ ਲੱਗਦੀ? ਤੁਹਾਨੂੰ ਲੱਗਦੀ ਹੈ ਨਾ, ਮੈਨੂੰ ਲੱਗਦੀ ਹੈ। ਹਨੇਰੇ ਨੂੰ ਚੰਗੀ ਨਹੀਂ ਲੱਗਦੀ। ਹਨੇਰਾ ਕੀ ਹੈ? ਅਗਿਆਨ। ਤੇ ਰੋਸ਼ਨੀ ਕੀ ਹੈ? ਗਿਆਨ। ਗਿਆਨ ਕਿਹਨੂੰ ਚੰਗਾ ਨਹੀਂ ਲੱਗੇਗਾ? ਅਗਿਆਨੀ ਨੂੰ, ਜਿਹੜਾ ਝੂਠਾ ਹੋਏਗਾ। ਪਾਤਸ਼ਾਹ ਨੇ ਕਹਿਣਾ ਪਿਆ, ਜਿਨ ਕੇ ਚਿਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਕਿਉਂ? ਕਿਉਂਕਿ ਉੱਥੇ ਸੱਚ ਵਰਤਦਾ, ਕੁੜਿਆਰਾ ਚਿਤ ਉਦਾਸ। ਕੁੜਿਆਰੀ ਕੁੜਿਆਰੀ ਜਾਏ ਰਲੇ, ਕੁੜਿਆਰੀ ਕੁੜਿਆਰ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜਾ ਕੋੜਾ ਝੂਠਾ ਬੰਦਾ ਹੋਏਗਾ ਨਾ, ਉਹਨੂੰ ਸੱਚ ਦੀ ਗੱਲ ਚੰਗੀ ਨਹੀਂ ਲੱਗੇਗੀ। ਮੈਨੂੰ ਖਿਮਾ ਕਰ ਦੇ ਨਾ, ਮਹਾਰਾਜ ਕਹਿੰਦੇ ਨਾ, ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਪਾਵਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚ ਦੀ ਗੱਲ ਕਰ ਰਹੇ ਨੇ। ਦੇਖੋ, ਮੈਂ ਕਹਿੰਦਾ ਵਾਂ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਹੋ ਤੇ ਲੈਸਨ ਕੋਈ ਹੋਰ ਲੈ ਰਹੇ ਹੋ, ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੇਕ ਰਹੇ ਹੋ, ਤੇ ਲੈਸਨ ਕਿਸੇ ਹੋਰ ਗ੍ਰੰਥ ਦਾ ਲੈ ਰਹੇ ਹੋ, ਹੋਰ ਕਿਸੇ ਦੀ ਲੈ ਰਹੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਨਹੀਂ ਹੋ। ਮੈਨੂੰ ਖਿਮਾ ਕਰ ਦੇਣਾ। ਹੋਰ ਈਜ਼ੀ ਲੈ ਲਓ, ਤੁਸੀਂ ਮੈਥ ਦੇ ਟੀਚਰ ਆ ਜਾਏ ਤੇ ਉਹ ਡਰਾਇੰਗ ਜਾਂ ਹਿਸਟਰੀ ਦੀਆਂ ਕੋਈ ਗੱਲਾਂ ਕਰਨ ਲੱਗ ਪਏ, ਉਹ ਗੱਲ ਜੰਮੇਗੀ? ਜਾਂ ਤੁਹਾਡਾ ਹਿਸਟਰੀ ਦਾ ਪੇਪਰ ਹੈ, ਤੁਸੀਂ ਉੱਥੇ ਮੈਥਸ ਲਿਖ ਰਹੇ ਹੋ, ਨਹੀਂ ਜੰਮੇਗੀ ਨਾ। ਗੁਰੂ ਸਾਹਿਬ ਕਹਿੰਦੇ, ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ। ਕਿਉਂ? ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਦੇਖੋ, ਮੈਂ ਹੁਣ ਸੱਚ ਬੋਲਾਂਗਾ ਨਾ, ਗੁਰੂ ਸਾਹਿਬ ਕਹਿੰਦੇ ਜਿਹੜਾ ਵੀ ਕੋਈ ਸੱਚ ਬੋਲੇਗਾ, ਸਭ ਤੋਂ ਜ਼ਿਆਦਾ ਜਿਹੜਾ ਝੂਠਾ ਹੋਏਗਾ ਨਾ, ਉਹਨੂੰ ਅੱਗ ਲੱਗੇਗੀ। ਕਿਉਂਕਿ ਉਹਦੇ ਅਕੋਰਡਿੰਗ ਗੱਲ ਨਹੀਂ ਹੋ ਰਹੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਜੇ ਕੋ ਬੋਲੇ ਕੂੜ, ਜੇ ਕੋ ਬੋਲੇ ਵਾਹਿਗੁਰੂ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਝੂਠਾ ਬੰਦਾ ਨਾ ਜਲ ਜਾਏਗਾ, ਕਿਉਂਕਿ ਉਹਦੇ ਅਕੋਰਡਿੰਗ ਗੱਲ ਨਹੀਂ ਹੈ। ਖਾਲੀ ਮੈਂ ਰੂਪ ਬਣਾ ਲਾ, ਮੈਂ ਦਾੜਾ ਰੱਖ ਲਿਆ, ਕਿਰਪਾਨ ਪਾ ਲਈ, ਅੰਮ੍ਰਿਤ ਛਕ ਲਿਆ, ਪਰ ਮੈਂ ਗੁਰੂ ਨਾਨਕ ਦੇ ਸਿਧਾਂਤ 'ਤੇ ਚੱਲਿਆ ਹੀ ਨਹੀਂ, ਤੇ ਮੈਨੂੰ ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਨੇ ਉਹ ਝੂਠਾ ਹੈ। ਤੇ ਕਹਿੰਦੇ ਕਿਉਂ? ਕਿਉਂਕਿ ਕੁੜਿਆਈ ਰੱਜੇ ਕੂੜ। ਜਿਹੜਾ ਝੂਠਾ ਬੰਦਾ ਹੁੰਦਾ ਨਾ, ਉਹਨੂੰ ਕੂੜ ਚੰਗਾ ਲੱਗਦਾ, ਝੂਠ ਚੰਗਾ ਲੱਗਦਾ। ਉਹਨੂੰ ਨਿੰਦਾ ਕਰਾ ਲਓ, ਉਹਨੂੰ ਹੋਰ ਗੱਲਾਂ ਕਰਾ ਲਓ, ਤੇ ਮਹਾਰਾਜ ਕਹਿੰਦੇ ਨੇ ਕੁੜਿਆਈ ਰੱਜੇ ਕੂੜ ਜਿਉਂ ਵਿਸਟਾ ਕਾਗ ਖਾਵਈ। ਕਹਿੰਦੇ ਨੂੰ ਇਸ ਤਰ੍ਹਾਂ ਝੂਠ ਚੰਗਾ ਲੱਗਦਾ, ਜਿਸ ਤਰ੍ਹਾਂ ਕਾਂ ਜਿੱਥੇ ਮਰਜ਼ੀ ਉੱਡ ਰਿਹਾ ਹੋਵੇ, ਉਹਦੇ ਅੱਗੇ ਵਧੀਆ ਚੀਜ਼ਾਂ ਪਾ ਦਿਓ, ਪਰ ਉਹ ਵਿਸ਼ਟਾ ਵਾਲੀ ਗੰਦ ਵਾਲੀ ਖਾਂਦਾ ਹੈ। ਜੇ ਪਿਆਰਿਓ, ਅੱਜ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ ਨਾ, ਮੇਰੇ ਸਮੇਤ, ਮੈਂ ਤਾਂ ਆਪਣੇ ਵੱਲ ਇਸ਼ਾਰਾ ਕਰਾਂਗਾ। ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਸ਼ਾਇਦ ਰਿਪੀਟ ਕਰਦਾ, ਕਈ ਵਾਰੀ ਗੱਲ ਸਮਝ ਆ ਜਾਂਦੀ। ਮੈਂ ਆਪਣੇ ਪਿਓ ਦੇ, ਵਾਹਿਗੁਰੂ ਪਿਓ ਨਹੀਂ, ਮੈਂ ਆਪਣੇ ਪਿਤਾ ਜੀ ਦੇ ਸਵੇਰੇ ਉੱਠ ਕੇ ਪੈਰੀ ਹੱਥ ਲਾਵਾਂ, ਜੱਫੀ ਵੀ ਪਾ ਲਾਂ, ਹੱਗ ਵੀ ਕਰ ਲਵਾਂ, ਪਿਤਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਨਾ, ਬਹੁਤ ਪਿਆਰ ਕਰਨਾ। ਪਿਤਾ ਵੀ ਕਹਿੰਦੇ ਠੀਕ ਹੈ। ਰੋਜ਼ ਉੱਠਾਂ, ਪੈਰੀ ਹੱਥ ਲਾਵਾਂ, ਰੋਜ਼ ਜੱਫੀਆਂ ਪਾਵਾਂ, ਪਿਤਾ ਜੀ ਮੈਂ ਬਹੁਤ ਪਿਆਰ ਕਰਨਾ। ਹੁਣ ਪਿਤਾ ਜੀ ਨੇ ਕਿਹਾ, ਇਹ ਕੰਮ ਨਾ ਮੇਰੇ ਕੋਲ ਹੋ ਨਹੀਂ ਰਿਹਾ, ਤੇ ਤੂੰ ਕਰ ਲੈ। ਕਹਿੰਦਾ ਇਹ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਜਾ ਨਹੀਂ ਸਕਦਾ। ਜਿਹੜਾ ਕੰਮ ਕਵੇ ਉਹ ਮੰਨਿਆ ਨਹੀਂ, ਪਿਆਰ ਮੈਂ ਬੜਾ ਕਰਨਾ। ਤੇ ਹੁਣ ਉਹ ਪਿਤਾ ਦਾ, ਉਹ ਪੁੱਤਰ ਮੰਨਿਆ ਜਾਏਗਾ ਕਿ ਨਹੀਂ? ਉਹ ਪਿਤਾ ਦਾ ਦਿਲ ਜਿੱਤ ਸਕਦਾ ਕਿ ਨਹੀਂ? ਇਹ ਤੁਸੀਂ ਹੁਣ ਆਪ ਸਮਝ ਲਓ। ਗੱਲ ਮੱਥੇ ਤੇ ਦੁਨੀਆ ਟੇਕ ਰਹੀ ਹੈ। ਹੁਣ ਵੀ ਗੁਰਦੁਆਰੇ ਚਲੇ ਜਾਓ, ਤਮਾਮ ਰਸ਼ ਹੋਏਗਾ, ਪਰ ਗੱਲ ਇਹ, ਗੁਰੂ ਦਾ ਲੈਸਨ ਕੌਣ ਲੈ ਰਿਹਾ ਹੈ? ਜੋ ਗੁਰ ਕਹੇ ਸੋਈ ਭਲ ਮਾਨੇ ਉੱਤੇ ਕੌਣ ਚੱਲ ਰਿਹਾ ਹੈ? ਗੁਰੂ ਨੇ ਖੁਸ਼ ਤੁਹਾਡੇ ਮੱਥੇ ਲੰਬੇ ਟੇਕਣ ਨਾਲ ਨਹੀਂ ਖੁਸ਼ ਹੋਣਾ ਜੇ। ਸੀਸ ਨਿਵਾਈਏ ਕਿਆ ਥੀਏ, ਜਾਂ ਹਿਰਦੇ ਕੁਸਦਾ ਜਾਏ। ਉਹ ਜਿਹੜਾ ਸ਼ਿਕਾਰੀ ਹੁੰਦਾ ਨਾ, ਹੀਰਨ ਦਾ ਸ਼ਿਕਾਰ ਕਰਨ ਜਾਂਦਾ ਹੈ, ਉਹ ਪੂਰਾ ਹੀ ਲੇਟ ਜਾਂਦਾ ਹੈ, ਜੋ ਹੰਤਾ ਮਿਰਗਾਏ। ਜੋ ਸ਼ਿਕਾਰੀ ਪੂਰਾ ਲੇਟ ਜਾਏਗਾ ਤੇ ਇਸ ਤਰ੍ਹਾਂ ਪੋਜੀਸ਼ਨ ਲੈ ਲੇਗਾ। ਮਹਾਰਾਜ ਕਹਿੰਦੇ ਜੇ ਤੂੰ ਇਸ ਤਰ੍ਹਾਂ ਲੇਟਿਆ ਹੈ, ਤੇ ਉਹ ਸ਼ਿਕਾਰੀ ਦਾ ਲੇਟਣਾ ਕੀ ਫਾਇਦਾ ਜੇ ਕਿਸੇ ਨੂੰ ਮਾਰਨ ਵਾਸਤੇ ਬੈਠਾ ਹੋਇਆ। ਜੇ ਮੈਂ ਗੁਰੂ ਦੇ ਅੱਗੇ ਜਾ ਕੇ ਲੰਬੇ ਮੱਥੇ ਵੀ, ਇਹ ਡੰਡੋਤ ਬੰਦਨ ਕਹਿੰਦੇ, ਡੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ,
ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਡੰਡੋਤ ਕੀ ਹੈ? ਡੰਡੇ ਦੀ ਤਰ੍ਹਾਂ ਲੇਟ ਜਾਣਾ। ਮਹਾਰਾਜ ਕਹਿੰਦੇ ਨੇ ਸਰੀਰ ਕਰਕੇ ਮੈਂ ਤੈਨੂੰ ਨਹੀਂ ਕਹਿ ਰਿਹਾ, ਸਰੀਰ ਕਰਕੇ ਤੇ ਅਸੀਂ ਸਾਰੇ ਹੀ ਝੁਕਦੇ ਹਾਂ। ਸਿੱਖਾ ਕਦੀ ਗੁਰੂ ਗ੍ਰੰਥ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੈ, ਕਿੱਥੇ ਮਨ ਕਰਕੇ ਵੀ ਝੁਕ ਜਾ, ਕਿਉਂਕਿ ਇਹ ਸੱਚ ਦੀ ਗੱਲ ਹੈ। ਇਹ ਸਾਰੇ ਗ੍ਰੰਥ ਵਿੱਚ ਨਾ ਮਹਾਰਾਜ ਨੇ ਸੱਚ ਦੀ ਗੱਲ ਕੀਤੀ ਹੈ। ਮਹਾਰਾਜ ਸਾਨੂੰ ਸੱਚ ਨਾਲ ਜੋੜਨ ਆਏ ਨੇ ਤੇ ਸੱਚ ਨਾਲ ਜੋੜਨਾ ਚਾਹੁੰਦੇ ਨੇ। ਕਈ ਭਗਤ ਆਏ, ਮਹਾਰਾਜ ਸਾਡੀ ਬਾਣੀ ਉਚਾਰੋ। ਮਹਾਰਾਜ ਨੇ ਉਹਨਾਂ ਦੀ ਬਾਣੀ ਨਹੀਂ ਉਚਾਰੀ। ਮੇਰੇ ਕੋਲ ਸਮਾਂ ਨਹੀਂ, ਮੈਂ ਉਹ ਚਾਰੋਂ ਭਗਤਾਂ ਜਿਹੜੇ ਕਾਨਾ ਜੀ, ਪੀਲੂ, ਛੱਜੂ, ਸ਼ਾਹ ਹੁਸੈਨ, ਉਹਨਾਂ ਦੇ ਜਿਹੜੇ ਵਰਡ ਸੀ, ਮਹਾਰਾਜ ਕਹਿੰਦੇ ਸੁਣਾਓ ਬਾਣੀ। ਸਭ ਨੇ ਵਾਰੀ ਵਾਰੀ ਬਾਣੀ, ਓਈ ਰੇ ਮੈਂ ਓਈ ਰੇ, ਜਾ ਕੋ ਵੇਦ ਪੁਰਾਣ ਜਸ ਗਾਵੈ, ਖੋਜਤ ਖੋਜ ਨਾ ਕੋਈ ਰੇ। ਉਹ ਮਹਾਰਾਜ ਕਹਿੰਦੇ ਤੇਰੀ ਬਾਣੀ ਵਿੱਚ ਤੇ ਮੈਂ ਦੀ ਬਦਬੂ ਆ ਰਹੀ ਹੈ, ਇੱਥੇ ਮੈਂ ਦੀ ਤੇ ਜਗ੍ਹਾ ਹੀ ਨਹੀਂ ਹੈ। ਕਿਸੇ ਨੇ ਇਸਤਰੀ ਜਾਤ ਨੂੰ ਕਹਿ ਦਿੱਤਾ, ਕਿਸੇ ਨੇ ਜਨਮ ਮਰਨ ਨੂੰ ਕਹਿ ਦਿੱਤਾ, ਚਾਰਾਂ ਦੀ ਬਾਣੀ ਰਿਜੈਕਟ ਕਰ ਦਿੱਤੀ, ਕਿਉਂਕਿ ਇੱਥੇ ਸੱਚ ਦੀ ਹੈ। ਕਬੀਰ ਕਸੋਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਇੱਥੇ ਝੂਠ ਨੂੰ ਕੋਈ ਜਗ੍ਹਾ ਨਹੀਂ ਦਿੱਤੀ। ਕੂੜ ਬੋਲ ਮੁਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ। ਜੇ ਗੁਰੂ ਗ੍ਰੰਥ ਸਾਹਿਬ ਦੀ ਤੂੰ ਸਿੱਖਿਆ ਤੇ ਚੱਲ ਹੀ ਨਹੀਂ ਰਿਹਾ ਤੇ ਕੋਈ ਲਾਭ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਗੁਰਪੁਰਬ ਮਨਾਉਣੇ। ਮੈਂ ਆਪਣੇ ਮਤਲਬ ਦੇ ਸਬਜੈਕਟ ਕੱਢ ਲਏ ਤੇ ਜਿਹੜੇ ਅਸਲੀ ਸਬਜੈਕਟ ਸੀ ਉਹਨੂੰ ਛੋੜ ਦਿੱਤੇ, ਉਹਨੂੰ ਉਜਾਗਰ ਹੀ ਨਹੀਂ ਕੀਤਾ। ਦੇਖੋ, ਮੈਂ ਕੱਲ੍ਹ ਪਰਸੋਂ ਵੀ ਵੀਰ ਜੀ ਵਾਲੀ ਵਿਚਾਰ ਹੋ ਰਹੀ ਸੀ। ਸਾਡੀ ਹਿੰਦੁਸਤਾਨ, ਮੈਂ ਗੱਲ ਕਹਿ ਕੇ ਸਮਾਪਤੀ ਕਰਾਂ, ਗੱਲ ਅੱਗੇ ਨਿਕਲ ਜਾਏਗੀ। ਹਿੰਦੁਸਤਾਨ ਦੀ ਇੱਕ ਪਰੰਪਰਾ ਸੀ, ਪਹਿਲਾਂ ਜਿਹੜਾ ਕੋਈ ਧਾਰਮਿਕ ਪੁਰਸ਼ ਮਿਲਦਾ ਸੀ ਨਾ ਆਪਸ ਵਿੱਚ, ਸਭ ਤੋਂ ਪਹਿਲਾਂ ਪਤਾ ਕੀ ਪੁੱਛਦਾ ਸੀ? ਤੇਰਾ ਗੁਰੂ ਕਿਹੜਾ ਹੈ। ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੋਏਗਾ। ਉਹ ਇਹ ਨਹੀਂ ਪੁੱਛਦੇ ਤੇਰਾ ਕਾਰੋਬਾਰ ਕਿਤਨਾ ਹੈ, ਤੇਰੇ ਬੱਚੇ ਕਿਸ ਤਰ੍ਹਾਂ ਨੇ। ਅਸੀਂ ਪੁੱਛਨੇ ਆ ਨਾ, ਹਾਊ ਆਰ ਯੂ, ਇੰਗਲਿਸ਼ ਦੇ ਵਰਡ ਪੁੱਛੀਦੇ ਨਾ, ਹਾਏ। ਉਸ ਤਰ੍ਹਾਂ ਨਹੀਂ ਪੁੱਛਦੇ ਸਨ। ਉਸ ਵੇਲੇ ਪੁੱਛਦੇ ਸਨ ਤੇਰਾ ਗੁਰੂ ਕਿਹੜਾ ਹੈ। ਇਹ ਐਗਜ਼ਾਮਪਲ ਵੀ ਹੈ। ਜਦੋਂ ਵੈਸ਼ਨੋ ਸਾਧ ਦੇ ਕੋਲ ਯਾਤਰਾ ਤੋਂ ਵਾਪਸ ਆ ਰਹੇ ਸੀ ਹਰਿਦੁਆਰ ਤੋਂ, ਗੁਰੂ ਅਮਰਦਾਸ ਸੱਚੇ ਪਿਤਾ ਮਹਾਰਾਜ ਨੇ ਲੰਗਰ ਛਕਾ ਰਹੇ ਸਨ ਤੇ ਉਹ ਬੁਰਕੀ ਮੂੰਹ 'ਚ ਸੀ। ਤੇ ਸੁਭਾਵਕ ਹੀ ਵੈਸ਼ਨਵ ਭਗਤ ਨੇ ਪੁੱਛ ਲਿਆ, ਬਾਹਮਣ ਨੇ, ਪੰਡਿਤ ਜੀ ਕਹਿੰਦੇ ਨੇ ਅਮਰਦਾਸ ਤੇਰਾ ਗੁਰੂ ਕਿਹੜਾ ਹੈ? ਕਹਿੰਦਾ ਮੈਂ ਗੁਰੂ ਤੇ ਬਣਾਇਆ ਹੀ ਨਹੀਂ ਹੈ। ਉਹ ਬੁਰਕੀ ਵੀ ਕੱਢ ਦਿੱਤੀ ਤੇ ਥਾਲੀ ਪਿੱਛੇ ਕਰ ਦਿੱਤੀ। ਕਹਿੰਦੇ ਤੂੰ ਨਿਗੂਰੇ। ਮਾਰੇ ਕਹਿੰਦੇ ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨਿਗੂਰੇ ਕਾ ਹੈ ਨਾਉ ਬੁਰਾ। ਕਹਿੰਦੇ ਨੇ ਇਹ ਮੈਂ ਨਹੀਂ ਕਹਿ ਰਿਹਾ, ਮੈਨੂੰ ਗੁੱਸਾ ਨਾ ਕਰਨਾ। ਕਹਿੰਦੇ ਨੇ ਜੇ ਅਗਰ ਨਿਗੂਰੇ ਦਾ ਨਾਮ ਲੈਣਾ ਵੀ ਬੁਰਾ ਹੈ, ਉਹਨੇ ਕਿਹਾ ਮੇਰਾ ਤੂੰ ਜਨਮ ਭ੍ਰਸ਼ਟ ਕਰ ਦਿੱਤਾ ਹੈ ਅਮਰਦਾਸ। ਤੇ ਅਮਰਦਾਸ ਜੀ ਮੱਥੇ ਤੇ ਹੱਥ ਰੱਖ ਕੇ ਬਹਿ ਗਏ, ਇਹ ਮਨਾ ਐਵੇਂ ਹੀ ਯਾਤਰਾਵਾਂ ਕਰਦਾ ਰਿਹਾ ਬਿਨਾਂ ਗੁਰੂ ਧਾਰਨ ਕੀਤੇ ਹੀ। ਦੇਖੋ ਕਿੰਨੀ ਲਾਹਨਤ ਪਾਈਏ। ਸੰਸਕ੍ਰਿਤ ਦੇ ਸ਼ਲੋਕ ਪੜ੍ਹੋ, ਗੁਰਮੰਤਰ ਕਿਹਦੇ ਕੋਲ ਮਿਲਣਾ ਹੈ? ਪੰਜ ਪਿਆਰਿਆਂ ਕੋਲੋਂ। ਗੁਰਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੇ। ਉਹਨਾਂ ਦਾ ਜਨਮ ਭ੍ਰਸ਼ਟ ਹੈ। ਮੈਂ ਕਹਿੰਦਾ ਮੈਂ ਜਿਤਨੀ ਮਰਜ਼ੀ ਬਾਣੀ ਪੜ੍ਹ ਲਾਂ, ਜਿੰਨੀ ਮਰਜ਼ੀ ਸੇਵਾ ਕਰ ਲਾਂ, ਜੇ ਮੈਂ ਪੰਜ ਆਪਣੇ ਸਰੀਰ ਤੇ ਕਕਾਰ ਨਹੀਂ ਪਾਏ ਨਾ, ਗੁਰਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੇ। ਕੂਕਰੇ ਸੂਕਰੇ ਗਰ ਦਬੇ, ਕਾਕੇ ਸਰਪ ਨੇ ਤੁਲ ਖਲੇ। ਉਹ ਕੂਕਰ ਵੀ ਹੈ, ਸੂਰ ਵੀ ਹੈ, ਕੁੱਤਾ ਵੀ ਹੈ, ਕਾਂ ਵੀ ਹੈ। ਗੁਰੂ ਸਾਹਿਬ ਦੇਖੋ ਕਿਤਨੀ ਤਾੜਨਾ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਤੇ ਫਿਲਾਸਫੀ ਇਹੀ ਕਹਿੰਦੀ ਹੈ, ਭਾਈ ਸਭ ਤੋਂ ਪਹਿਲਾਂ ਗੁਰੂ ਧਾਰਨ ਕਰ, ਗੁਰੂ ਵਾਲਾ ਬਣ, ਤੇ ਪ੍ਰਕਾਸ਼ ਦਿਹਾੜੇ ਤਾਂ ਮਨਾਏ ਸਫਲੇ ਨੇ। ਦੇਖੋ ਮੈਂ ਗੁਰੂ ਘਰ ਦਾ ਕੂਕਰ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੀ ਜੇਵਰੀ ਜੈ ਖਿੱਚੇ ਤੇ ਜਾਓ। ਮੈਂ ਰੱਬ ਦੇ ਘਰ ਦਾ ਕੁੱਤਾ ਵਾਂ, ਕੂਕਰ ਹਾਂ। ਮੈਂ ਤੇ ਭੌਂਕਣਾ ਹੀ ਹੈ, ਇੱਥੇ ਨਹੀਂ ਤੇ ਕਿਤੇ ਹੋਰ ਭੌਂਕਣਾ ਹੈ, ਜਿੱਥੇ ਸਟੇਜ 'ਤੇ ਵੀ ਭੌਂਕਣਾ ਹੀ ਹੈ, ਕਿਉਂਕਿ ਮੇਰਾ ਕੰਮ ਹੈ। ਮੈਨੂੰ ਪ੍ਰਚਾਰਕ ਗੁਰੂ ਨੇ ਸੇਵਾ ਲਾਈ ਹੈ। ਤੇ ਜੇ ਮੈਂ ਆਪਣੇ ਹੀ ਟਰੈਕ 'ਤੇ ਬੈਠ ਕੇ ਗੁਰੂ ਦੀ ਗੱਲ ਨਹੀਂ ਕਰਾਂਗਾ ਤੇ ਮੈਂ ਹੋਰ ਕੋਈ ਉੱਥੇ ਪਾਰਟੀਆਂ ਦੇ ਉੱਤੇ ਜਾ ਕੇ ਕਰਾਂਗਾ। ਤੇ ਗੁਰੂ ਵਾਲੇ ਬਣੋ, ਪ੍ਰਕਾਸ਼ ਦਿਹਾੜੇ ਤਾਂ ਮਨਾਏ ਸਫਲੇ ਨੇ। ਗੁਰੂ ਸਾਡੀ ਦੇਖੋ, ਮੈਂ ਅਕਸਰ ਬੇਨਤੀ ਕਰਨਾ, ਮੇਰੇ ਗਲ 'ਚ ਪਟਾ ਹੋਏਗਾ ਨਾ
ਤੇ ਮੈਨੂੰ ਜਾਮ ਨਹੀਂ ਲਿਜਾ ਸਕਦੇ। ਜਿਸ ਕੁੱਤੇ ਦੇ ਗਲ ਦੇ ਵਿੱਚ ਪਟਾ ਹੁੰਦਾ ਨਾ, ਮਿਊਨਿਸਪਲ ਕਾਰਪੋਰੇਸ਼ਨ ਵਾਲੇ ਉਹਨੂੰ ਨਹੀਂ ਫੜ ਕੇ ਲੈ ਕੇ ਜਾਂਦੇ। ਕਿਉਂ? ਉਹਨਾਂ ਨੂੰ ਪਤਾ ਹੁੰਦਾ ਇਹਦਾ ਕੋਈ ਮਾਲਕ ਹੈ, ਇਹ ਪਾਲਤੂ ਕੁੱਤਾ ਹੈ। ਅਸੀਂ ਗੁਰੂ ਘਰ ਦੇ ਪਾਲਤੂ ਕੁੱਤੇ ਬਣਨਾ। ਤੇ ਜੇ ਸਾਡੇ ਗਲ ਵਿੱਚ ਇਹ 5 ਕਕਾਰ ਨਹੀਂ ਨੇ ਨਾ, ਤੇ ਕਦੀ ਵੀ ਸਾਨੂੰ ਜੰਮ ਲਿਜਾ ਸਕਦੇ ਨੇ। ਮੈਨੂੰ ਖਿਮਾ ਕਰਦੇ ਨਾ, ਕੋੜੇ ਬਚਨ ਨੇ, ਮੈਂ ਹੋਰ ਗੁਰਬਾਣੀ ਦੇ ਬੜੇ ਉਦਾਹਰਨ ਨੇ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ। ਸੋ ਇਹੀ ਅਸੀਂ ਅੱਜ ਗੁਰੂ ਤੋਂ ਸਿੱਖਿਆ ਲਈਏ ਕਿ ਗੁਰੂ ਦੇ ਜਿਹੜੇ ਅਸੀਂ ਟਰੈਕ 'ਤੇ ਚੱਲ ਰਹੇ ਹਾਂ, ਉਸ ਗੁਰੂ ਦਾ ਉਪਦੇਸ਼ ਵੀ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਉਹ ਸੁਣ, ਉਹ ਆਪਣੇ ਨਾਲ ਰੱਖ। ਤੇ ਗੁਰੂ ਸਾਹਿਬ ਕਹਿੰਦੇ ਨੇ, ਫਿਰ ਜੇ ਤੂੰ ਮੇਰਾ ਉਪਦੇਸ਼ ਸੁਣਿਆ ਹੈ, ਤੂੰ ਮੇਰੇ ਕਹੇ ਅਨੁਸਾਰ ਚੱਲਿਆ ਹੈ, ਤੇ ਮੈਂ ਤੇਰੀ ਹਰ ਜਗ੍ਹਾ 'ਤੇ ਮਦਦ ਕਰਾਂਗਾ। ਭਾਵੇਂ ਤੂੰ ਕਿੱਥੇ ਵੀ ਹੋਏਗਾ, ਭਾਵੇਂ ਵਰਲਡ ਦੇ ਕਿਸੇ ਕੋਨੇ 'ਚ ਬੈਠਾ ਹੋਏਗਾ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤਾਂ ਗੁਰੂ ਦੇ ਪ੍ਰਕਾਸ਼ ਦਿਹਾੜੇ ਦੀਆਂ, ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ, ਗੁਰੂ ਗ੍ਰੰਥ ਸਾਹਿਬ ਦੇ 3 ਗੁਰਪੁਰਬ ਅਸੀਂ 2 ਮਨਾਉਂਦੇ ਹਾਂ, ਤੀਜਾ ਨਹੀਂ ਮਨਾਉਂਦੇ। ਪਹਿਲਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼, ਦੂਜਾ ਗੁਰਤਾ ਦਿਵਸ। ਸਾਰੇ ਗੁਰੂ ਸਾਹਿਬ ਦੇ ਅਸੀਂ ਪ੍ਰਕਾਸ਼ ਦਿਹਾੜੇ ਮਨਾਈਦੇ ਨੇ, ਗੁਰਤਾ ਦਿਵਸ ਮਨਾਈਦੇ ਨੇ, ਤੇ ਜੋਤੀ ਜੋਤ ਸਮਾਨ ਦੇ 3 ਪੁਰਬ ਮਨਾਉਂਦੇ ਹਾਂ। ਪਰ ਗੁਰੂ ਸਾਹਿਬ ਦੇ 2 ਹੀ ਪੁਰਬ ਮਨਾਈਦੇ ਨੇ। ਇਹ ਜੋਤੀ ਜੋਤ ਸਮਾਨ ਦਾ ਪੁਰਬ ਨਹੀਂ ਮਨਾਈਦਾ, ਕਿਉਂਕਿ ਉਹ ਜਾਗਤੀ ਜੋਤ ਹੈ, ਉਹ ਸਦਾ ਹੀ ਰਹਿਣ ਵਾਲਾ ਹੈ, ਕਿਉਂਕਿ ਗੁਰੂ ਸ਼ਬਦ ਹੈ, ਤੇ ਸ਼ਬਦ ਕਦੀ ਮਰਦਾ ਨਹੀਂ ਹੈ। ਅਸੀਂ ਉਸ ਗੁਰੂ ਦੇ ਲੜ ਲੱਗੇ ਹਨ। ਕਹਿੰਦੇ ਜੋ ਪ੍ਰਭ ਕੋ ਮਿਲਬੋਝ ਹੈ, ਖੋਜ ਸ਼ਬਦ ਮਿਲੇ। ਮਹਾਰਾਜ ਕਹਿੰਦੇ ਨੇ, ਜਿਹਨੇ ਰੱਬ ਨੂੰ ਲੱਭਣਾ ਹੈ, ਉਹ ਇਸ ਸ਼ਬਦ ਦੇ ਵਿੱਚ ਲੱਭੋ, ਤੁਹਾਨੂੰ ਰੱਬ ਮਿਲ ਜਾਏਗਾ। ਉਹ ਫਿਰ ਤੁਹਾਨੂੰ ਗੁਰੂ ਧਾਰਨ ਕਰਨਾ ਪਏਗਾ, ਕਿਉਂਕਿ ਗੁਰੂ ਤੋਂ ਬਿਨਾਂ ਰੱਬ ਕੋਲ ਅਸੀਂ ਪਹੁੰਚ ਨਹੀਂ ਸਕਦੇ। ਇਹ ਸਾਡੇ ਕੋਲ ਇੱਕ ਸੌਖਾ ਰਸਤਾ ਗੁਰੂ ਨੇ, ਪਰਮਾਤਮਾ ਨੇ ਦਿੱਤਾ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨ ਕੁਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਉਸ ਪਰਮਾਤਮਾ ਨੇ ਤਾਲੇ ਦੇ ਘਰ ਦੀ ਆਪਣੀ ਚਾਬੀ ਗੁਰੂ ਨੂੰ ਸੌਂਪ ਦਿੱਤੀ ਹੈ। ਅਸੀਂ ਗੁਰੂ ਕੋਲ ਆ ਕੇ, ਗੁਰੂ ਵਾਲੇ ਬਣ ਕੇ, ਉਹ ਚਾਬੀ ਲੈ ਕੇ ਉਸ ਪਰਮਾਤਮਾ ਦੇ ਘਰ ਦਾ ਦਰ ਖੋਲੀਏ, ਪਰਮਾਤਮਾ ਦੇ ਘਰ ਜਾਈਏ, ਜਿੱਥੇ ਸਾਨੂੰ ਫਿਰ ਆਉਣ ਜਾਣ ਦਾ ਗੇੜ ਮੁੱਕ ਜਾਏਗਾ। ਨਹੀਂ ਤਾਂ ਫਿਰ ਅਸੀਂ ਆਪਣੀਆਂ ਸਿਆਣਪਾਂ ਲਿਆ ਕੇ ਜਨਮ ਮਰਨ ਦੇ ਗੇੜਾਂ ਵਿੱਚ ਪਏ ਰਵਾਂਗੇ। ਸੋ ਅੱਜ ਦੇ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਸਾਰਿਆਂ ਨੂੰ ਤਹਿ ਦਿਲ ਤੋਂ ਵਧਾਈਆਂ। ਦਾਸ ਕਾਫੀ ਸਮੇਂ ਤੋਂ ਸੇਵਾ ਚੱਲ ਰਹੀ ਸੀ। ਵੀਰ ਜੀ ਵੱਲੋਂ ਹੁਕਮ ਹੋਇਆ ਕਿ ਅੱਜ ਕੁਦਰਤੀ ਮਹਾਰਾਜ ਨੇ ਕੁਝ ਸੁਭਾਅ ਵੀ ਐਸਾ ਬਣਾ ਦਿੱਤਾ, ਜਿਸ ਤਰ੍ਹਾਂ ਇੱਥੇ ਹੀ ਸੇਵਾ ਲੈਣ, ਮਤਾ ਕਰੇ ਪੱਛਮ ਕੀ ਤਾਈ ਪੂਰਬ ਵੀ ਲੈ ਜਾਤ ਹੈ। ਮਹਾਰਾਜ ਨੇ ਇੱਥੇ ਸੇਵਾ ਲਈ ਹੈ। ਮੈਂ ਸਮਝਣਾ ਇੱਕ ਨਹੀਂ, ਮੇਰੇ ਕੋਲੋਂ ਜਜ਼ਬਾਤੀ ਹੋ ਕੇ ਅਨੇਕਾਂ ਹੀ ਭੁੱਲਾਂ ਹੋ ਗਈਆਂ ਨੇ। ਇਹ ਮੈਂ ਐਕਸੈਪਟ ਕਰਨਾ ਵਾਂ, ਕਿਉਂਕਿ ਮੇਰੇ 'ਚ ਹੈ ਹੀ ਭੁੱਲਾਂ ਬਹੁਤ ਨੇ। ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹ ਗੁਰੂ ਤੇ ਪਰਮਾਤਮਾ ਨਹੀਂ ਭੁੱਲਦਾ, ਬਾਕੀ ਅਸੀਂ ਸਾਰੇ ਭੁੱਲਣ ਵਾਲੇ ਜੀਵ ਹਾਂ। ਔਰ ਮੇਰੇ ਕੋਲ ਇੱਕ ਨਹੀਂ, ਅਨੇਕਾਂ ਭੁੱਲਾਂ ਹੋਈਆਂ ਨੇ, ਉਹ ਮੇਰੀਆਂ ਨੇ। ਜੇ ਬਚਨ ਗੁਰੂ ਦਾ ਕੋਈ ਅਸੀਂ ਜ਼ਹਿਨ ਵਿੱਚ ਪਾਇਆ ਹੈ, ਉਹ ਗੁਰੂ ਦੇ ਹੀ ਬਚਨ ਨੇ, ਉਹਨੂੰ ਹਿਰਦੇ 'ਚ ਵਸਾਓ। ਮੇਰੀ ਗਲਤੀ, ਮੇਰਾ ਉਗਣ ਮੇਰੀ ਝੋਲੀ ਵਿੱਚ ਵਾਪਸ ਕਰ ਦਿਓ। ਇਹ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਹੈ। ਇਤਨੀ ਸੇਵਾ ਪ੍ਰਵਾਨ ਕਰਨੀ। ਸਾਰੇ ਸਤ ਸੰਗੀ ਜਨਾਂ ਦਾ, ਖਾਸ ਤੌਰ 'ਤੇ ਵੀਰ ਜਗਜੀਤ ਸਿੰਘ ਜੀ ਆਨੰਦ ਅਤੇ ਹੋਰ ਤਮਾਮ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਸਮਾਂ ਜ਼ਿਆਦਾ ਮੈਂ ਵੇਖ ਰਿਹਾ, 1 ਘੰਟਾ 3 ਮਿੰਟ ਹੋ ਗਏ ਹਨ, ਪਰ ਮੈਂ ਗੁਰੂ ਦੇ ਪਿਆਰ ਹੀ ਬੈਠਾ। ਮੈਂ ਕਹਿੰਦਾ ਬੇਸ਼ੱਕ ਤੁਸੀਂ ਭਾਵੇਂ ਮੈਨੂੰ ਮਹੀਨੇ ਡੇਢ ਵਿੱਚ ਵਾਰੀ ਦਿਓ, ਮੈਨੂੰ ਕੋਈ ਨਹੀਂ, ਪਰ ਜਦੋਂ ਮੈਂ ਗੁਰੂ ਦੀ ਗੱਲ ਕਰਨਾ, ਮੈਨੂੰ ਖੁਦ ਵੀ ਸਮੇਂ ਦਾ ਨਹੀਂ ਪਤਾ ਲੱਗਦਾ।